मेरा मुर्शिद सोना 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 मेरा। एक ਕੰਪਨੀ ਦੇ ਵਿੱਚ ਨੱਥੂ ਲਾਲ ਨੂੰ ਰੱਖ ਲਿਆ ਗਿਆ, ਯਾਨੀ ਇੱਕ ਕੰਪਨੀ ਜੁਆਇਨ ਕਰ ਲਈ। ਔਰ ਨੱਥੂ ਲਾਲ ਦਾ ਕੰਮ ਕੀ ਸੀ? ਇਹ ਕੰਪਨੀ ਦੇ ਪੈਸੇ ਲੈ ਕੇ ਇੱਧਰੋਂ ਉਹ ਦੂਜੇ ਬੰਦਿਆਂ ਨੂੰ ਦੇਣੇ। ਕਦੀ ਇਹ ਕੋ 10 ਲੱਖ ਹੋਣਾ, ਕਦੀ 20 ਲੱਖ ਹੋਣਾ ਟੈਚੀ ਦੇ ਵਿੱਚ। ਔਰ ਨਾਲ ਹੀ ਕੰਪਨੀ ਦੇ ਮਾਲਕ ਨੇ ਨੱਥੂ ਲਾਲ ਨੂੰ ਇੱਕ ਰਿਵਾਲਵਰ ਦੇ ਦਿੱਤਾ, ਪਿਸਟਲ ਦੇ ਦਿੱਤਾ ਕਿ ਲੈ ਵੀ ਇਹ ਰਿਵਾਲਵਰ, ਇਹ ਪਿਸਟਲ ਇਸ ਲਈ ਹੈ ਕਿਉਂਕਿ ਤੇਰਾ ਕੈਸ਼ ਦਾ ਕੰਮ ਹੈ, ਇੱਧਰੋਂ ਕੈਸ਼ ਉੱਧਰ ਲੈ ਕੇ ਜਾਣੀ ਹੈ। ਰਸਤੇ 'ਚ ਕੋਈ ਚੋਰ ਚੱਕਾ ਆਉਂਦਾ ਤਾਂ ਤੂੰ ਇਹਦਾ ਆਪਣੇ ਕੋਲ ਰੱਖ ਇਹਨੂੰ, ਤੇਰੀ ਸੇਫਟੀ ਵਾਸਤੇ। ਹੁਣ ਨੱਥੂ ਲਾਲ ਨੂੰ ਇੰਨੀ ਗੱਲ ਕਹੀ, ਤੇਰੀ ਸੇਫਟੀ ਵਾਸਤੇ। ਨੱਥੂ ਲਾਲ ਨੇ ਪਾ ਲਈ ਜੇਬ 'ਚ। ਹੁਣ 2 ਦਿਨ ਬੀਤੇ ਤਾਂ ਕਿਤੇ ਨਾ ਕੁਛ ਗੁੰਡੇ ਆਏ, ਚੋਰੂ ਚੱਕੇ ਆਏ, ਉਹਨਾਂ ਨੇ ਛੁਰਾ ਦਿਖਾਇਆ, ਚਾਕੂ ਦਿਖਾਇਆ ਤਾਂ ਨੱਥੂ ਲਾਲ ਕੋ ਉਹ ਪੈਸੇ ਵਾਲਾ ਬਰੀਫ ਕੇਸ ਲੈ ਕੇ ਦੌੜ ਗਏ। ਛੁਰਾ ਦਿਖਾ ਕੇ, ਨਾਈਫ ਚਾਕੂ ਦਿਖਾ ਕੇ। ਨੱਥੂ ਲਾਲ ਘਬਰਾਇਆ ਹੋਇਆ ਆਪਣੇ ਬੌਸ ਕੋਲ ਆਇਆ, ਕਹਿੰਦਾ ਬੌਸ ਬੜੀ ਗੜਬੜ ਹੋ ਗਈ। 4 ਨੌਜਵਾਨ ਆਏ ਔਰ ਆ ਕੇ ਮੇਰੇ ਕੋਲ ਚਾਕੂ ਦਿਖਾ ਕੇ ਮੇਰੇ ਕੋਲ ਪੈਸੇ ਵਾਲਾ ਬੈਗ ਲੈ ਕੇ ਚਲੇ ਗਏ। ਉਹ ਬੌਸ ਨੇ ਕਿਹਾ ਕਮਾਲ ਦੀ ਗੱਲ ਹੈ, ਚਾਕੂ ਦਿਖਾਇਆ, ਤੈਨੂੰ ਰਿਵਾਲਵਰ ਕਾਹਦੇ ਵਾਸਤੇ ਦਿੱਤੀ ਸੀ, ਪਿਸਤੌਲ ਕਾਹਦੇ ਵਾਸਤੇ ਦਿੱਤੀ ਸੀ, ਕਿੱਥੇ ਆ ਉਹ? ਕਹਿੰਦਾ ਜੀ ਹੈ, ਮੈਂ ਫੜ ਕੇ ਰੱਖੀ ਸੀ, ਮੈਂ ਨਹੀਂ ਉਹਨੂੰ ਪਤਾ ਲੱਗਣ ਦਿੱਤਾ, ਮੈਂ ਲੁਕੋ ਕੇ ਰੱਖੀ ਸੀ। ਆਹ ਦੇਖ ਲਓ, ਉਹ ਤਾਂ ਹੈਗੀ ਹੈ। ਉਹ ਮੱਥੇ ਹੱਥ ਮਾਰਿਆ, ਲੁਕਾਉਣ ਵਾਸਤੇ ਥੋੜੀ ਹੈ, ਇਹ ਫੜਨ ਵਾਸਤੇ ਥੋੜੀ ਸੀ ਕਿ ਲੁਕੋ ਕੇ ਰੱਖ ਲਈ ਮੈਂ ਕਿ ਕਿਤੇ ਇਹ ਨਾ ਲੈ ਜਾਣ। ਉਹ ਇਹ ਹਿਫਾਜ਼ਤ ਵਾਸਤੇ ਸੀ। ਜੇ ਤੂੰ ਕੱਢ ਕੇ ਇੱਕ ਗੋਲੀ ਚਲਾ ਦਿੰਦਾ ਤਾਂ ਉਹ ਚੋਰ ਚੱਕੇ ਨੇ ਉੱਦਾਂ ਹੀ ਦੌੜ ਜਾਣਾ ਸੀ। ਨੱਥੂ ਲਾਲ ਕਹਿੰਦਾ ਅੱਛਾ ਦੀ ਗੋਲੀ ਚਲਾਣੀ ਹੈ, ਤੁਸੀਂ ਕਹਿੰਦੇ ਸੇਫਟੀ ਵਾਸਤੇ ਰੱਖਣੀ ਹੈ, ਮੈਂ ਤਾਂ ਕਹਿੰਦੀ ਸੇਫਟੀ ਕਰਨੀ ਹੈ। ਸੇਫਟੀ ਯਾਨੀ ਇਹਨੂੰ ਸੁਰੱਖਿਅਤ ਰੱਖਣਾ ਹੈ। ਤਾਂ ਬੌਸ ਨੇ ਸੋਚਿਆ ਚੀਜ਼ ਤਾਂ ਦੇ ਦਿੱਤੀ, ਕਾਸ਼ ਮੈਨੂੰ ਸਿਖਾ ਵੀ ਦਿੰਦਾ ਇਹਦਾ ਕਰਨਾ ਕੀ ਹੈ। ਸਮੇਂ ਫਿਰ ਉਹਨੂੰ ਟ੍ਰੇਨਿੰਗ ਦਿੱਤੀ ਗਈ ਨੱਥੂ ਲਾਲ ਨੂੰ ਕਿ ਇਹਨੂੰ ਇੱਦਾਂ ਚਲਾਇਆ ਜਾਂਦਾ, ਇੱਦਾਂ ਕੀਤਾ ਜਾਂਦਾ। ਜਦੋਂ ਨੱਥੂ ਲਾਲ ਨੂੰ ਉਹ ਪਿਸਤੌਲ ਦੀ ਤਾਕਤ ਦਾ ਪਤਾ ਲੱਗਾ ਕਿ ਇਹਦੇ ਨਾਲ ਕੀ ਹੋ ਸਕਦਾ, ਤਾਂ ਮੁੜ ਕੇ ਸਾਰੀ ਜ਼ਿੰਦਗੀ ਕਿਸੇ ਦੀ ਹਿੰਮਤ ਨਹੀਂ ਪਈ ਉਹਦੇ ਕੋਲੋਂ ਲੁੱਟ ਖੋਹ ਕਰਨ ਦੀ, ਕਿਉਂਕਿ ਉਹਨੂੰ ਤਾਕਤ ਦਾ ਪਤਾ ਲੱਗ ਗਿਆ ਤਾਂ ਇਸਤੇਮਾਲ ਕਿੱਦਾਂ ਕਰਨਾ ਹੈ। ਅੱਜ ਬੰਦੇ ਦੇ ਹਾਲਾਤ ਵੀ ਇਹੀ ਹੈ ਕਿ ਰੱਬ ਸਾਨੂੰ ਏਡੀ ਸ਼ਕਤੀ ਦੇ ਕੇ ਆਪਣੀ ਆਤਮਾ ਸਾਡੇ ਅੰਦਰ ਪਾਈ ਹੈ। ਔਰ ਜ਼ਰਾ ਤੁਸੀਂ ਜਵਾਬ ਦਿਓ ਕਿ ਪਰਮਾਤਮਾ ਕਮਜ਼ੋਰ ਹੈ? ਜਵਾਬ ਦਿਓ ਸਾਨੂੰ। ਜਿਹਨੂੰ ਈਸ਼ਵਰ ਕਿਹਾ ਜਾਂਦਾ, ਅੱਲਾ ਕਿਹਾ ਜਾਂਦਾ, ਵਾਹਿਗੁਰੂ ਕਿਹਾ ਜਾਂਦਾ, ਅਕਾਲ ਪੁਰਖ ਕਿਹਾ ਜਾਂਦਾ ਹੈ, ਜਿਸ ਨੂੰ ਕਈ ਨਾਮ ਗੁਰੂਆਂ ਰਹਿਬਰਾਂ ਨੇ ਦਿੱਤੇ ਹੈ, ਉਹ ਪਰਮ ਸ਼ਕਤੀ, ਜਿਹਨੂੰ ਸ਼ਕਤੀਸ਼ਾਲੀ ਕਿਹਾ ਜਾਂਦਾ ਹੈ, ਸ਼ਕਤੀਮਾਨ ਕਿਹਾ ਜਾਂਦਾ ਹੈ, ਕੀ ਉਹ ਕਮਜ਼ੋਰ ਹੈ? ਤਾਂ ਫਿਰ ਤੁਹਾਡੇ ਅੰਦਰ ਕੌਣ ਹੈ? ਜਰਾ ਸੋਚ ਕੇ ਦੇਖੋ। ਉਹ ਸ਼ਕਤੀਸ਼ਾਲੀ ਪਰਮਾਤਮਾ ਦੀ ਸ਼ਕਤੀਸ਼ਾਲੀ ਆਤਮਾ ਤੁਹਾਡੇ ਅੰਦਰ ਹੈ। ਉਹ ਸ਼ਕਤੀਸ਼ਾਲੀ ਆਤਮਾ ਉਹਨੇ ਇਸੇ ਲਈ ਸਾਡੇ ਅੰਦਰ ਰੱਖੀ ਹੈ, ਸ਼ਕਤੀ ਸਾਨੂੰ ਇਸੇ ਲਈ ਦਿੱਤੀ ਤਾਂ ਕਿ ਅਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕੀਏ, ਹਰ ਬੁਰੇ ਤੋਂ ਬੁਰੇ ਹਾਲਾਤ ਨੂੰ ਵੀ ਅਸੀਂ ਆਸਾਨੀ ਦੇ ਨਾਲ ਗੁਜ਼ਾਰ ਸਕੀਏ। ਯਾਨੀ ਕਿਸੇ ਤਰ੍ਹਾਂ ਦਾ ਵੀ ਔਖਾ ਵਕਤ ਆ ਜਾਵੇ ਅਸੀਂ ਡਰੀਏ ਨਾ, ਬਲਕਿ ਆਪਣੀ ਉਹ ਸ਼ਕਤੀ ਦਾ ਇਸਤੇਮਾਲ ਕਰੀਏ। ਪਰ ਅੱਜ ਬੰਦਾ ਕੀ ਹੈ? ਬੰਦੇ ਦਾ ਹਾਲ ਉਹੀ ਨੱਥੂ ਲਾਲ ਵਾਲਾ ਹੈ ਕਿ ਰਿਵਾਲਵਰ ਤਾਂ ਮਿਲ ਗਈ ਪਰ ਫਿਰ ਵੀ ਉਹਦਾ ਇਸਤੇਮਾਲ ਕਰਨਾ ਨਹੀਂ ਆਉਂਦਾ, ਔਰ ਕੋਈ ਛੁਰੀ ਦਿਖਾਉਂਦਾ ਉਹ ਤੋਂ ਡਰੀ ਜਾਂਦਾ ਹੈ। ਅੱਜ ਬੰਦੇ ਮੋਰੇ ਵਿੱਚ ਛੋਟੇ ਛੋਟੇ ਹਾਲਾਤ ਆਉਂਦੇ ਹੈ, ਛੋਟੀ ਛੋਟੀਆਂ ਪਰੇਸ਼ਾਨੀਆਂ ਆਉਂਦੀਆਂ, ਬੰਦਾ ਡਰ ਕੇ ਬਹਿ ਜਾਂਦਾ ਹੈ ਔਰ ਇਹ ਨਹੀਂ ਸੋਚਦਾ ਕਿ ਮੇਰੇ ਅੰਦਰ ਏਡੀ ਸ਼ਕਤੀਸ਼ਾਲੀ ਪਰਮਾਤਮਾ ਦੀ ਸ਼ਕਤੀ ਹੈ, ਉਹ ਕਾਹਦੇ ਵਾਸਤੇ, ਉਹਦਾ ਇਸਤੇਮਾਲ ਮੈਂ ਕਦੋਂ ਕਰਨਾ ਹੈ। ਇਸ ਲਈ ਯਾਦ ਰੱਖੋ, ਇਹ ਸ਼ਕਤੀ ਦਾ ਇਸਤੇਮਾਲ ਉਹੀ ਕਰ ਸਕਦਾ ਜਿਹਦੇ ਅੰਦਰ ਵਿਸ਼ਵਾਸ ਹੁੰਦਾ ਹੈ ਕਿ ਮੈਂ ਕਮਜ਼ੋਰ ਨਹੀਂ ਹਾਂ। ਸਮਝਦੇ ਹੋ ਕਿ ਨਹੀਂ? ਪਰ ਬੰਦੇ ਦੀ ਇੱਕ ਆਦਤ ਦੇਖੀ, ਬੰਦਾ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਹੈ ਕਿ ਮੈਂ ਤਾਂ ਲਾਚਾਰ ਹਾਂ, ਮੈਂ ਬੜਾ ਕਮਜ਼ੋਰ ਹਾਂ। ਕਈ ਵਾਰ ਅਸੀਂ ਦੇਖਿਆ ਕਈਆਂ ਨੂੰ ਬੋਲਦੇ ਹਾਂ ਅਸੀਂ ਜੀ ਬੜੇ ਕਮਜ਼ੋਰ ਹਾਂ, ਬੜੇ ਲਾਚਾਰ ਹਾਂ। ਇਸ ਲਈ ਜਦੋਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਕਹਿੰਦੇ ਹੋ ਤਾਂ ਤੁਸੀਂ ਆਪਣੇ ਰੱਬ ਦੀ ਬੇਇੱਜ਼ਤੀ ਕਰਦੇ ਹੋ। ਕਿਉਂ? ਜ਼ਰਾ ਸੋਚੋ। ਇਹ ਤਾਂ ਉਹੀ ਗੱਲ ਹੈ ਨਾ ਕਿ ਇੱਕ ਬਾਦਸ਼ਾਹ ਤੁਹਾਨੂੰ ਕਰੋੜਾਂ ਦਾ ਖਜ਼ਾਨਾ ਦੇ ਦਿੰਦਾ ਤਾਂ ਤੁਸੀਂ ਫੇਰ ਕਹਿੰਦੇ ਜੀ ਮੈਂ ਬੜਾ ਗਰੀਬ ਹਾਂ। ਤਾਂ ਬਾਦਸ਼ਾਹ ਨੇ ਕਹਿੰਦਾ ਕਮਾਲ ਦੀ ਗੱਲ ਹੈ, ਐਡਾ ਵੱਡਾ ਖਜ਼ਾਨਾ ਦੇ ਦਿੱਤਾ ਹਾਲੇ ਵੀ ਗਰੀਬ ਕਹਿੰਦਾ, ਤਾਂ ਮੇਰੀ ਬੇਇੱਜ਼ਤੀ ਹੈ, ਤੋਹੀਨ ਹੈ ਮੇਰੀ। ਇੱਕ ਬੱਚਾ BA ਦਾ MA ਦਾ ਸਰਟੀਫਿਕੇਟ ਲੈ ਰਿਹਾ ਹੈ, ਟੀਚਰ ਉਹਨੂੰ ਸਰਟੀਫਿਕੇਟ ਦੇ ਰਿਹਾ ਹੈ, ਤਾਂ ਬੱਚਾ ਕਹੇ ਮੈਂ ਤਾਂ ਅਨਪੜ੍ਹ ਜੀ, ਮੈਨੂੰ ਕਿਉਂ ਦੇ ਰਹੇ ਹੋ? ਤਾਂ ਮਾਸਟਰ ਨੇ ਕਹਿਣਾ ਕਮਾਲ ਦੀ ਗੱਲ ਹੈ, 15 ਸਾਲ ਲਾ ਕੇ ਤੈਨੂੰ ਪੜ੍ਹਾ ਕੇ ਇੱਥੇ ਤੱਕ ਲਿਆਂਦਾ, ਇੰਨੀ ਮਿਹਨਤ ਕੀਤੀ, ਐਡਾ ਵੱਡਾ ਸਰਟੀਫਿਕੇਟ ਤੈਨੂੰ ਦੇ ਰਹੇ ਆ, ਫਿਰ ਆਪਣੇ ਆਪ ਨੂੰ ਅਨਪੜ੍ਹ ਕਹੀ ਜਾਂਦਾ ਆ। ਇਹ ਤਾਂ ਤੋਹੀਨ ਕਰ ਰਿਹਾ ਤੂੰ ਸਾਡੇ ਕਾਲਜ ਦੀ। ਇਸੇ ਤਰ੍ਹਾਂ ਜਦੋਂ ਛੋਟੀ ਛੋਟੀਆਂ ਮੁਸੀਬਤਾਂ ਤੋਂ ਅਸੀਂ ਡਰ ਜਾਂਦੇ ਆ ਨਾ, ਛੋਟੀ ਛੋਟੀਆਂ ਮੁਸੀਬਤਾਂ ਤੋਂ ਅਸੀਂ ਦੌੜਦੇ ਆ, ਨਿਰਾਸ਼ ਹੋ ਕੇ ਬਹਿ ਜਾਂਦੇ ਆ, ਛੋਟੀ ਛੋਟੀਆਂ ਬਿਮਾਰੀਆਂ ਤੋਂ ਡਰ ਕੇ ਨਿਰਾਸ਼ ਹੋ ਕੇ ਬਹਿ ਜਾਂਦੇ ਆ, ਤੇ ਇਹਦਾ ਮਤਲਬ ਹੈ ਅਸੀਂ ਆਪਣੇ ਰੱਬ ਦੀ ਤੋਹੀਨ ਕਰ ਰਹੇ ਹਾਂ। ਉਹ ਐਡਾ ਪਰਮ ਸ਼ਕਤੀਸ਼ਾਲੀ ਸਾਡੇ ਨਾਲ ਹੋਵੇ, ਜ਼ਰਾ ਸੋਚੋ, ਐਡਾ ਪਰਮ ਸ਼ਕਤੀਸ਼ਾਲੀ
ਸਾਡੇ ਨਾਲ ਹੋਵੇ, ਉਹਦੀ ਸ਼ਕਤੀ ਸਾਡੇ ਅੰਦਰ ਹੋਵੇ ਤੇ ਅਸੀਂ ਮੁਸੀਬਤਾਂ ਤੋਂ ਡਰ ਜਾਈਏ, ਹਾਲਾਤਾਂ ਤੋਂ ਡਰ ਜਾਈਏ। ਇਹ ਬੇਇੱਜ਼ਤੀ ਨਹੀਂ ਤਾਂ ਹੋਰ ਕੀ ਹੈ ਕਿ ਨਹੀਂ ਤੋਹੀਨ? ਜਰਾ ਸੋਚੋ, ਹੁਣ ਇੱਕ ਬਾਪ ਤੁਰਿਆ ਹੋਵੇ ਨਾ ਆਪਣੇ ਬੱਚੇ ਦੇ ਨਾਲ, ਬੱਚੇ ਨੂੰ ਗੋਦ 'ਚ ਉਠਾਇਆ ਹੋਵੇ ਤਾਂ ਅੱਗੇ ਛੋਟਾ ਜਿਹਾ ਕੋਈ ਚੂਹਾ ਹੋਵੇ ਜਾਂ ਛੋਟੀ ਜਿਹੀ ਕੋਈ ਚੀਜ਼ ਹੋਵੇ ਤਾਂ ਬੱਚਾ ਡਰੀ ਜਾਵੇ। ਉਹ ਬਾਪ ਨੇ ਕਹਿਣਾ, ਪੁੱਤ ਮੈਂ ਤੇਰੇ ਨਾਲ ਆ, ਫਿਰ ਡਰੀ ਜਾਂਦਾ? ਇੰਨਾ ਤਾਂ ਮੇਰੇ ਤੇ ਵਿਸ਼ਵਾਸ ਕਰ ਕਿ ਮੈਂ ਤੇਰੇ ਨਾਲ ਆ। ਜੇ ਤੂੰ ਹਾਲੇ ਵੀ ਡਰੀ ਜਾਂਦਾ ਤਾਂ ਮਤਲਬ ਤੈਨੂੰ ਮੇਰੇ ਤੇ ਵਿਸ਼ਵਾਸ ਹੈ ਨਹੀਂ ਕਿ ਮੇਰਾ ਬਾਪ ਇਹ ਕੁੱਤੇ ਤੋਂ, ਬਿੱਲੇ ਤੋਂ ਮੈਨੂੰ ਬਚਾ ਲਏਗਾ। ਫਿਰ ਇਹਦਾ ਮਤਲਬ ਬਾਪ ਨੂੰ ਛੋਟਾ ਸਮਝ ਲਿਆ ਤਾਂ ਕੁੱਤੇ ਬਿੱਲੇ ਨੂੰ ਬੜਾ ਸਮਝ ਲਿਆ ਕਿ ਜਿਹੜਾ ਡਰੀ ਜਾਂਦੇ ਆ। ਹੁਣ ਤੁਸੀਂ ਰੱਬ ਨੂੰ ਬੜਾ ਸਮਝਦੇ ਹੋ ਜਾਂ ਆਪਣੀਆਂ ਮੁਸੀਬਤਾਂ ਨੂੰ ਬੜਾ ਸਮਝਦੇ ਹੋ? ਜਵਾਬ ਦਿਓ ਸਾਨੂੰ। ਉਹ ਪ੍ਰਮਾਤਮਾ ਬੜਾ ਹੈ ਜਾਂ ਤੁਹਾਡੀਆਂ ਪਰੇਸ਼ਾਨੀਆਂ ਬੜੀਆਂ ਹੈ? ਤੁਹਾਡੇ ਹਾਲਾਤ, ਬੰਦਾ ਕਹਿੰਦਾ ਮੇਰੇ ਬਹੁਤ ਬੁਰੇ ਹਾਲਾਤ ਹੈ, ਹੋਰ ਜਿੰਨੇ ਮਰਜ਼ੀ ਬੁਰੇ, ਪਰ ਰੱਬ ਦੀਆਂ ਰਹਿਮਤਾਂ ਤੋਂ ਜ਼ਿਆਦਾ ਨਹੀਂ ਹੋ ਸਕਦੇ। ਸਮਝਦੇ ਹੋ ਕਿ ਨਹੀਂ? ਪੂਰੀ ਦੁਨੀਆ ਦਾ ਕਹਿੰਦੇ ਸਾਗਰ ਵੀ ਮਿਲ ਜਾਵੇ ਨਾ ਤਾਂ ਉਹਦੀਆਂ ਰਹਿਮਤਾਂ ਦੇ ਇੱਕ ਕਤਰੇ ਤੋਂ ਵੀ ਬੜਾ ਛੋਟਾ ਹੈ। ਇਹ ਗੱਲ ਯਾਦ ਰੱਖਣਾ। ਕਹਿੰਦੇ ਹੈ ਤਾਂ ਹੀ ਤਾਂ ਕਿਹਾ ਹੈ कि मैं सागर भी किसी गैर के हाथों से ना लूं, तू कतरा भी दे दे तो समुंदर है मुझे। एक सूफी फकीर शायर ने किया है कि कोई गैर होवे ना कवे कि मैं तेनू पूरा सागर दूंगा, तो कहते किसी गैर दे कोलों सागर भी मैं लैण नूं तैयार नहीं, पर वो मेरा रब एक कतरा भी मैनू देण नूं तैयार होवे ना तो मैं सिर वड्ड के चरनां 'च रख देवां कि ऐ खुदा, ऐ मेरे मालिक, जे कतरा तेरी रहमत दा मिल जावे तो ये बड़े बड़े समुद्रां नालों भी बड़ा है। क्योंकि समुंदर खत्म हो सकते हैं पर तेरी रहमत का कतरा ये खत्म नहीं हो सकता। जब मौज में आई बोरहरे कतरे को समुंदर कर डाला, यही तो उसकी रहमत है। हुण तुसीं अपनी मुसीबतां नूं बड़ा समझदे हो, तुसीं अपने दुखां नूं बड़ा समझदे हो, अपनी बीमारियां नूं बड़ा समझदे हो, अपनी टेंशनां नूं बड़ा समझदे हो, या फिर उसकी रहमत नूं, उसकी किरपा नूं? तां जरा याद रखो, जे असीं कहंदे हां कि मैं अपने रब की रहमत नूं बड़ा समझदा है तो फिर रहमत नूं बड़ा समझो, टेंशनां दुखां तकलीफां नूं छोटा बना दो, परवाही ना करो। ठीक है, जिद्दां दस्सिया हल करना है पर डरना नहीं है, क्योंकि हर चीज़ का हल मेरे मालिक ने रखिया होया है। अपने अंदर विश्वास रखना है, क्योंकि जिथे दुनिया हल करना पावे उत्थे उसदी रहमत हल कर दी है, पर हल है। बोलो है या नहीं? यही तो कहते उसदी रहमत, यही तो कहते उसदी बख्शिश। क्योंकि जदों बंदा ये विश्वास करता है कि मेरे नाल है मेरा पिता, और ये मुसीबतां, ये परेशानियां, ये बीमारियां तो छोटी छोटियां रस्ते च आने वाली छोटी छोटियां रुकावटां आ, तो जे मैं अपने बाप दे नाल तुरिया ना, उहदी बांह फड़ के, उहदी उंगल फड़ के, तो फिर ये छोटी छोटियां परेशानियां तो डरन की लोड़ नहीं, क्योंकि मैनू इन्हां मुश्किलों चों पार कराने वाला मेरा बाप, मेरा पिता, मेरा मालिक मेरे नाल है। फिर वो निश्चिंत रहता है, निडर रहता है। इसलिए अज तो निडर हो जाओ। समझते हो कि नहीं? इनू कहते अपने आप का अंदर ज्ञान होना, अपने आप के अंदर समझ होनी कि वो परम शक्तिशाली परमात्मा ने अपनी शक्ति इसलिए साडे अंदर नहीं रखी कि डरते फिरिए, कमजोर होकर एवं डरी जाइए, चिंता करी जाइए, बल्कि परम पिता परमात्मा ने इसलिए साडे अंदर शक्ति रखी है कि जो साडे मोरे किदां दे भी हालात आन, जैसे मर्जी हालात आन, असीं डरीए ना, बल्कि उन्हां हालातां दा सामना करिए। और ये याद रखिए कि असीं कमजोर नहीं हाँ, साडे अंदर वो शक्तिशाली परमात्मा की शक्ति है। इसलिए अपने आप को एक गल भावना देनी है कि मैं कमजोर नहीं हाँ, मेरे अंदर शक्तिशाली परमात्मा की असीम शक्ति है। कह दो, मेरे अंदर शक्तिशाली परमात्मा की असीम, मेरे अंदर शक्तिशाली परमात्मा की असीम, मेरे अंदर शक्तिशाली परमात्मा की असीम। बस इनू फील भी करना है। अगर है तो फिर वो शक्तिशाली परमात्मा की नहीं कर सकता। समझते हो कि नहीं? इस करके असी सवाल करीदा ना कि पूरी साइंस, पूरी दुनिया की साइंस मिलकर भी एक मुर्दे अंदर जान नहीं पा सकती। है कोई साइंस इदा की जान पा देवे? पर हुण जरा सोचो, वो रब की रहमत चाहे तो पै सकती है कि नहीं? उसकी रहमत होवे तो हो सकती है कि नहीं? यानी बंदे के दिमाग को भी पता है, क्योंकि किते ना किते बंदे की सोच नूं भी पता है कि जिहड़ा काम कोई नहीं कर सकता उसकी रहमत वो कर सकती है। ताही तो असीं कहंदे हां, अज फिर कहांगे कि चमत्कार ते यकीन रखो कि मेरे मालिक की रहमत, मेरे रब की रहमत किसी वेले भी चमत्कार कर सकती है। क्योंकि जिहड़ा चमत्कार ते यकीन करदा उहदे जीवन च चमत्कार हुंदे भी जरूर है। ये गल याद रखना। और जिहड़ा कहंदा कि चमत्कार हुंदे ही नहीं
ਹੈ ਨਹੀਂ ਕੋਈ ਚਮਤਕਾਰ ਹੁੰਦੇ। ਤਾਂ ਜਰਾ ਗੌਰ ਕਰਨਾ, ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹਦੇ ਜੀਵਨ 'ਚ ਫਿਰ ਕੋਈ ਚਮਤਕਾਰ ਹੁੰਦਾ ਵੀ ਹੈ ਨਹੀਂ। ਫਿਰ ਉਹਦਾ ਘਾਟਾ ਕਿਹਨੂੰ ਪੈਂਦਾ ਹੈ? ਬੋਲੋ, ਸਮਝਦੇ ਹੋ ਕਿ ਨਹੀਂ? ਉਹਦਾ ਘਾਟਾ ਫਿਰ ਕਿਹਨੂੰ ਪੈਂਦਾ ਹੈ? ਇਨਸਾਨ ਨਹੀਂ ਪੈਂਦਾ ਹੈ। ਇਸ ਲਈ ਆਪਣੇ ਅੰਦਰ ਵਿਸ਼ਵਾਸ ਰੱਖੋ, ਆਪਣੇ ਅੰਦਰ ਯਕੀਨ ਰੱਖੋ, ਕਿਉਂਕਿ ਹਮੇਸ਼ਾ ਦੱਸਿਆ ਜਾਂਦਾ ਕਿ ਆਉਣ ਵਾਲਾ ਪਲ ਪਰਮਾਤਮਾ ਦੇ ਹੱਥ 'ਚ ਹੈ, ਉਹ ਪ੍ਰਭੂ ਦੇ ਹੱਥ 'ਚ ਹੈ। ਤਾਂ ਜਿਹੜੀ ਚੀਜ਼ ਉਹਦੇ ਹੱਥ 'ਚ ਹੈ ਉਹ ਕੋਈ ਵੀ ਚਮਤਕਾਰ ਕਰ ਸਕਦਾ ਹੈ, ਕਿਉਂਕਿ ਉਹਦੀ ਮੌਜ ਹੈ, ਕੁਝ ਵੀ ਕਰ ਸਕਦਾ ਹੈ। ਇਸ ਲਈ ਵਿਸ਼ਵਾਸ ਰੱਖੋ ਕਿ ਠੀਕ ਹੈ, ਅੱਜ ਮੇਰੇ ਜੀਵਨ 'ਚ ਅੰਧੇਰੀ ਰਾਤ ਹੈ ਤਾਂ ਮਾਲਕ ਦੀ ਰਹਿਮਤ ਹੋਏਗੀ, ਤਾਂ ਸਵੇਰ ਵੀ ਜ਼ਰੂਰ ਆਏਗੀ, ਪ੍ਰਕਾਸ਼ ਵੀ ਖੁਸ਼ੀਆਂ ਦਾ ਜ਼ਰੂਰ ਆਏਗਾ। ਔਰ ਮੈਨੂੰ ਇੰਤਜ਼ਾਰ ਹੈ ਕਿ ਮੇਰੇ ਜੀਵਨ 'ਚ ਵੀ ਵਿਸ਼ਵਾਸ ਹੈ ਚਮਤਕਾਰ ਜ਼ਰੂਰ ਹੋਏਗਾ। ਔਰ ਇਹ ਵਿਸ਼ਵਾਸ ਨਾਲ ਹੀ ਅਸੰਭਵ ਸੰਭਵ ਹੋਣੇ ਸ਼ੁਰੂ ਹੋ ਜਾਂਦੇ ਹੈ, ਨਾ ਮੁਮਕਿਨ ਮੁਮਕਿਨ ਹੋਣੇ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਵੈਸੇ ਵੀ ਅੱਜ ਸਾਇੰਸ ਨੇ ਵੀ ਕਿਹਾ ਹੈ ਕਿ ਇਹ ਯੂਨੀਵਰਸ ਦੇ ਵੀ ਨਾ 7 ਲਾਜ਼ ਆਫ ਯੂਨੀਵਰਸ, 7 ਅਸੂਲ ਹੈ ਯੂਨੀਵਰਸ ਦੇ। ਪਰ ਉਹ 7 ਬਾਰੇ ਹੁਣ ਦੱਸਣ ਲੱਗ ਗਏ ਤਾਂ ਟਾਈਮ ਬੜਾ ਲੱਗ ਜਾਏਗਾ, ਕਿਉਂਕਿ ਅੱਜ ਬਾਰਿਸ਼ ਦੇ ਕਾਰਨ ਸਤਸੰਗ ਹੀ ਥੋੜਾ ਲੇਟ ਸ਼ੁਰੂ ਹੋਇਆ। ਕਿਸ ਦਿਨ ਮਾਲਕ ਨੇ ਚਾਹਿਆ ਤਾਂ ਇਹਦੇ ਬਾਰੇ ਵੀ ਦੱਸਾਂਗੇ ਕਿ ਜਦੋਂ ਯੂਨੀਵਰਸ ਦੇ, ਜੋ ਕਿ ਸਾਇੰਸ ਵੀ ਮੰਨਦੀ ਹੈ ਕਿ ਇਹ 7 ਲਾਜ਼ ਹੈ, ਲਾਅ ਯਾਨੀ ਨਿਯਮ, ਕੁਝ ਅਸੂਲ, ਜਦੋਂ ਉਹ ਚੀਜ਼ ਨੂੰ ਸਾਨੂੰ ਪਤਾ ਲੱਗ ਜਾਏਗਾ ਨਾ ਕਿ ਯੂਨੀਵਰਸ ਦੇ ਪੂਰੇ ਬ੍ਰਹਿਮੰਡ ਦੇ ਆਹ 7 ਨਿਯਮ ਹੈ, ਔਰ ਅਸੀਂ ਉਹਨਾਂ ਨਿਯਮਾਂ ਨੂੰ ਸਮਝ ਲਵਾਂਗੇ ਤਾਂ ਅਸੀਂ ਕੁਝ ਵੀ ਹਾਸਿਲ ਕਰ ਸਕਦੇ ਹਾਂ, ਆਪਣੇ ਜੀਵਨ ਨੂੰ ਬਦਲ ਸਕਦੇ ਹਾਂ ਅਸੀਂ। ਕਿਉਂਕਿ ਹਰ ਚੀਜ਼ ਦਾ ਇੱਕ ਨਿਯਮ ਹੁੰਦਾ ਹੈ। ਜਿੱਦਾਂ ਇਹਨੂੰ ਇਦਾਂ ਸਮਝ ਲਓ, ਜੇ ਤੁਸੀਂ ਘਰ ਦੇ ਵਿੱਚ ਗੁਲਾਬ ਦਾ ਫੁੱਲ ਚਾਹੁੰਦੇ ਹੋ ਨਾ, ਪੌਦਾ ਲਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਪੌਦੇ ਨੂੰ ਲਾਉਣ ਦੇ ਕੁਝ ਨਿਯਮ ਹੈ। ਅਗਰ ਉਹ ਨਿਯਮ ਕਰਾਂਗੇ ਪੂਰੇ ਤਾਂ ਸਾਡੇ ਘਰ ਗੁਲਾਬ ਦਾ ਫੁੱਲ ਖਿਲ ਸਕਦਾ ਹੈ, ਸਾਡੇ ਬਗੀਚੇ ਵਿੱਚ ਫੁੱਲਾਂ ਦੀ ਫੁਲਵਾੜੀ ਹੋ ਸਕਦੀ ਹੈ, ਅਗਰ ਉਹ ਨਿਯਮ ਨੂੰ ਅਪਣਾਵਾਂਗੇ। ਹੁਣ ਤੁਹਾਡੇ ਘਰ 'ਚ ਬੰਜਰ ਜ਼ਮੀਨ ਹੈ, ਰੁੱਖੀ ਸੁੱਕੀ ਜ਼ਮੀਨ ਹੈ, ਪਰ ਅਗਰ ਤੁਸੀਂ ਉੱਥੇ ਬਾਗ ਉਗਾਉਣਾ ਹੈ ਤਾਂ ਕੁਝ ਨਿਯਮ ਹੈ। ਅਗਰ ਉਹ ਨਿਯਮ ਦੇ ਮੁਤਾਬਿਕ ਚੱਲੋਗੇ ਤਾਂ ਬੰਜਰ ਜ਼ਮੀਨ ਅੰਦਰ ਫੁੱਲ ਖਿਲ ਸਕਦੇ ਆ ਜਾਂ ਨਹੀਂ? ਜਵਾਬ ਦਿਓ ਸਾਨੂੰ। ਬਸ ਇਸੇ ਤਰ੍ਹਾਂ ਹੈ ਕਿ ਇਨਸਾਨ ਦੇ ਜੀਵਨ ਦੀ ਜ਼ਮੀਨ ਵੀ ਅਗਰ ਬੰਜਰ ਹੈ ਨਾ, ਕਿ ਬੰਦਾ ਕਹਿੰਦਾ ਖੁਸ਼ੀਆਂ ਹੈ ਨਹੀਂ, ਅੰਦਰ ਤੰਦਰੁਸਤੀ ਹੈ ਨਹੀਂ, ਕਾਮਯਾਬੀ ਹੈ ਨਹੀਂ, ਤਾਂ ਸਮਝ ਲਓ ਅਸੀਂ ਉਹ ਪਰਮਾਤਮਾ ਦੇ ਬਣਾਏ ਹੋਏ ਕੁਝ ਨਿਯਮਾਂ ਦਾ ਇਸਤੇਮਾਲ ਕੀਤਾ ਹੀ ਨਹੀਂ, ਇਸੇ ਕਰਕੇ ਬੰਜਰ ਹੈ। ਅਗਰ ਉਹ ਨਿਯਮ ਅਸੀਂ ਵੀ ਸਮਝ ਲਵਾਂਗੇ, ਉਹਦਾ ਇਸਤੇਮਾਲ ਕਰਾਂਗੇ, ਤਾਂ ਸਾਡੀ ਬੰਜਰ ਜ਼ਮੀਨ ਵਿੱਚ ਵੀ ਖੁਸ਼ੀਆਂ ਦੇ ਫੁੱਲ ਖਿਲ ਸਕਦੇ ਹੈ, ਬਾਗ ਬਣ ਸਕਦਾ ਹੈ ਖੁਸ਼ੀਆਂ ਦਾ। ਹੁਣ ਜਿੱਦਾਂ ਸਮਝ ਲੈ ਇੱਕ ਬਰਤਨ ਹੈ, ਇੱਕ ਪਤੀਲਾ ਲੈ ਲਈਏ, ਇੱਕ ਬਰਤਨ ਲੈ ਲਈਏ ਅਸੀਂ। ਹੁਣ ਉਹ ਬਰਤਨ ਖਾਲੀ ਹੈ, ਸਮਝ ਲਓ ਬਰਤਨ ਖਾਲੀ ਹੈ। ਹੁਣ ਉਹ ਬਰਤਨ ਦੇ ਅੰਦਰ ਤੁਸੀਂ ਕੋਈ ਮਿੱਠੀ ਚੀਜ਼ ਵੀ ਬਣਾ ਸਕਦੇ ਹੋ, ਪਕਾ ਸਕਦੇ ਹੋ, ਤਾਂ ਕੋਈ ਨਮਕੀਨ ਚੀਜ਼ ਵੀ ਪਕਾ ਸਕਦੇ ਹੋ। ਸਬਜ਼ੀ ਦਾਲ ਇਹ ਨਮਕੀਨ ਹੁੰਦੀ ਹੈ, ਤਾਂ ਖੀਰ ਬਣਾਉਣੀ ਹੋਵੇ, ਦਲੀਆ ਬਣਾਉਣਾ ਹੋਵੇ ਮਿੱਠਾ, ਜਾਂ ਬੰਦੇ ਨੇ ਕੜਾਹ ਪ੍ਰਸ਼ਾਦ ਬਣਾਉਣਾ ਹੋਵੇ ਤਾਂ ਉਹ ਵੀ ਬਣ ਸਕਦਾ ਹੈ। ਹੁਣ ਉਹ ਨਿਯਮ ਕੀ ਹੈ? ਦਲੀਆ ਬਣਾਉਣ ਦੇ ਨਿਯਮ ਕੀ ਹੈ? ਦਾਲ ਬਣਾਉਣ ਦੇ ਨਿਯਮ ਕੀ ਹੈ? ਜੇ ਤੁਸੀਂ ਦਾਲ ਬਣਾਉਣ ਦੇ ਨਿਯਮਾਂ ਦੇ ਮੁਤਾਬਿਕ ਚੱਲੋਗੇ ਤਾਂ ਕੀ ਬਣੇਗੀ? ਉੱਥੇ ਫਿਰ ਇਹ ਨਹੀਂ ਗੋਭੀ ਬਣੇਗੀ, ਦਲੀਆ ਬਣੇਗਾ, ਕਿਉਂਕਿ ਨਿਯਮ ਤੁਸੀਂ ਕਾਹਦੇ ਅਪਣਾ ਰਹੇ ਹੋ? ਦਾਲ ਦੇ, ਤਾਂ ਦਾਲ ਹੀ ਬਣੇਗੀ। ਤਾਂ ਜੇ ਤੁਸੀਂ ਨਿਯਮ ਅਪਣਾ ਰਹੇ ਹੋ ਖੀਰ ਬਣਾਉਣ ਵਾਲੇ, ਕਿ ਆਹ ਨਿਯਮ ਦੇ ਨਾਲ ਖੀਰ ਬਣਦੀ ਹੈ, ਆਹ ਕੰਮ ਕਰਨਾ ਖੀਰ ਬਣਦੀ ਹੈ, ਹੁਣ ਜੇ ਤੁਸੀਂ ਉਹ ਨਿਯਮ ਅਪਣਾ ਰਹੇ ਹੋ ਤਾਂ ਬਰਤਨ ਵਿੱਚ ਸਬਜ਼ੀ ਨਹੀਂ ਬਣੇਗੀ, ਦਾਲ ਨਹੀਂ ਬਣੇਗੀ, ਖੀਰ ਹੀ ਬਣੇਗੀ। ਕਿਉਂਕਿ ਜਿੱਦਾਂ ਦੇ ਨਿਯਮ ਨਾਲ ਅਸੀਂ ਚੱਲਣਾ ਨਾ, ਬਰਤਨ ਵਿੱਚ ਉਹੀ ਚੀਜ਼ ਕਹਿ ਦਿਓ ਤਿਆਰ ਹੋ ਜਾਣੀ ਹੈ। ਸਮਝ ਆ ਰਹੀ ਹੈ ਕਿ ਨਹੀਂ? ਇਸੇ ਤਰ੍ਹਾਂ ਇਹ ਜੀਵਨ ਵੀ ਬਰਤਨ ਦੀ ਤਰ੍ਹਾਂ ਹੈ। ਪਰਮਾਤਮਾ ਸਾਨੂੰ ਖਾਲੀ ਬਰਤਨ ਦੇ ਦਿੰਦਾ ਹੈ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਦੋ ਚੀਜ਼ਾਂ ਜਦੋਂ ਅਸੀਂ ਦੇਖਦੇ ਨਾ, ਕਿਸੇ ਦਾ ਜਨਮ ਹੁੰਦਾ ਤਾਂ ਕਿਸੇ ਦੀ ਮ੍ਰਿਤਿੂ ਹੁੰਦੀ ਹੈ। ਤਾਂ ਕਿਸੇ ਦੀ ਫੋਟੋ ਥੱਲੇ ਤੁਸੀਂ ਦੇਖੋਗੇ ਲਿਖਿਆ ਹੁੰਦਾ 1900, ਯਾਨੀ ਫਰਜ਼ ਕਰੋ ਕਿਸੇ ਦਾ ਜਨਮ ਹੋਇਆ 2 ਅਪ੍ਰੈਲ 1947, ਤਾਂ ਉਹਦਾ ਕੀ ਲਿਖਿਆ ਹੋਇਆ? 2 ਅਪ੍ਰੈਲ 1947, ਔਰ ਉਹ ਮਰਿਆ 2000 ਸਨ ਦੇ ਵਿੱਚ ਜਾਂ 2019 ਵਿੱਚ ਮਰਿਆ, ਜਿੰਨੀ ਤਰੀਕ ਨੂੰ ਮਰਿਆ, ਤਾਂ ਗੱਬੇ ਲਾਈਨ ਪਾ ਕੇ ਅੱਗੇ ਉਹਦੀ ਮੌਤ ਦੀ ਤਰੀਕ ਲਿਖੀ ਹੋਏਗੀ ਕਿ 1900 ਤੋਂ ਲੈ ਕੇ 1900 ਤੱਕ। ਹੁਣ ਇਹ ਦੋ ਡੇਟਾ ਹੁੰਦੀਆਂ, ਇੱਕ ਜਨਮ ਦੀ ਔਰ ਇੱਕ ਮਰਨ ਦੀ। ਇਹ ਦੋ ਡੇਟਾ ਕੁਦਰਤ ਨਿਰਧਾਰਿਤ ਕਰਦੀ ਹੈ, ਪਰ ਇਹਦੇ ਵਿੱਚ ਅਸੀਂ ਜ਼ਿੰਦਗੀ ਕਿੱਦਾਂ ਦੀ ਜੀਣੀ ਹੈ ਇਹ ਕੁਦਰਤ ਸਾਡੇ ਤੇ ਛੱਡ ਦਿੰਦੀ ਹੈ। ਕਿ ਜਨਮ ਤਾਂ ਮੈਂ ਦੇ ਦਿੱਤਾ, ਇਹ ਖਾਲੀ ਬਰਤਨ ਤਾਂ ਮੈਂ ਤੈਨੂੰ ਦੇ ਦਿੱਤਾ, ਹੁਣ ਇਹ ਚ ਪਾਣਾ ਕੀ ਹੈ ਤੂੰ, ਇਹ ਜੀਵਨ ਨੂੰ ਕਿੱਦਾਂ ਬਣਾਉਣਾ ਹੈ ਇਹ ਮੈਂ ਤੇਤੇ ਛੱਡਿਆ। ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਦੇਖਣਾ ਹੈ ਹੁਣ ਜਿੱਦਾਂ ਦੇ ਨਿਯਮ ਦਾ ਅਸੀਂ ਪਾਲਣ ਕਰਨਾ ਹੈ, ਉਹੀ ਚੀਜ਼ ਸਾਡੇ ਜੀਵਨ ਰੂਪੀ ਬਰਤਨ 'ਚ ਬਣਨੀ
ਸ਼ੁਰੂ ਹੋ ਜਾਣੀ ਹੈ। ਹੁਣ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਆਪਣੇ ਜੀਵਨ ਨੂੰ? ਇਹ ਜੀਵਨ ਦੇ ਬਰਤਨ 'ਚ ਕੀ ਬਣਾਉਣਾ ਚਾਹੁੰਦੇ ਹੋ? ਖੁਸ਼ੀਆਂ, ਆਨੰਦ, ਕਾਮਯਾਬੀ ਕੀ ਬਣਾਉਣਾ ਚਾਹੁੰਦੇ ਹੋ? ਤਾਂ ਜੇ ਆਨੰਦ, ਖੁਸ਼ੀ, ਕਾਮਯਾਬੀ ਚਾਹੁੰਦੇ ਹੋ ਆਪਣੇ ਜੀਵਨ 'ਚ, ਇਹ ਪੱਕੇ ਮੇਰੇ ਜੀਵਨ 'ਚ, ਤਾਂ ਫਿਰ ਸਭ ਤੋਂ ਪਹਿਲਾ ਉਹਦਾ ਨਿਯਮ ਹੈ ਵਿਸ਼ਵਾਸ ਦਾ। ਸਮਝਦੇ ਹੋ ਕਿ ਨਹੀਂ? ਕਿ ਆਪਣੇ ਅੰਦਰ ਵਿਸ਼ਵਾਸ ਰੱਖ ਕਿ ਮੇਰੇ ਨਾਲ ਸਭ ਕੁਝ ਅੱਛਾ ਹੋਏਗਾ। ਇਸ ਲਈ ਕਿਹਾ ਕਿ 7 ਨਿਯਮ ਬਾਰੇ, 7 ਲਾਅ ਆਫ ਯੂਨੀਵਰਸ। ਇਸ ਲਈ ਇਹਨਾਂ ਬਾਰੇ ਵੀ ਕਿਸੇ ਦਿਨ ਸਤਸੰਗ ਦੇ ਵਿੱਚ ਦੱਸਾਂਗੇ, ਤਾਂ ਕਿ ਤੁਸੀਂ ਇਹ ਨਿਯਮ ਨੂੰ ਸਮਝ ਕੇ ਆਪਣੇ ਜੀਵਨ ਨੂੰ ਇਹਦੇ ਮੁਤਾਬਿਕ ਫਿਰ ਚਲਾ ਕੇ ਆਪਣੇ ਜੀਵਨ ਦੇ ਵਿੱਚ ਕਾਮਯਾਬ ਔਰ ਸਫਲ ਹੋ ਸਕੋ। ਪਰ ਅੱਜ ਤਾਂ ਇੰਨੀ ਗੱਲ ਹੀ ਪਹਿਲਾਂ ਸਮਝ ਲਈਏ ਅਸੀਂ ਕਿ ਆਪਣੇ ਮਾਲਿਕ ਤੇ ਅਸੀਂ ਵਿਸ਼ਵਾਸ ਰੱਖਣਾ। ਔਰ ਜਿਸ ਤਰ੍ਹਾਂ ਦੱਸਿਆ, ਇੱਕ ਵਾਰ ਫਿਰ ਕਵਾਂਗੇ, ਉਹ ਸਰਵ ਸ਼ਕਤੀਸ਼ਾਲੀ ਨੇ ਆਪਣੀ ਸਰਵ ਸ਼ਕਤੀਸ਼ਾਲੀ ਆਤਮਾ ਇਸ ਲਈ ਸਾਡੇ ਅੰਦਰ ਰੱਖੀ ਹੈ ਕਿ ਅਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕੀਏ, ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰ ਸਕੀਏ। ਡਰਨ ਵਾਸਤੇ ਨਹੀਂ, ਚਿੰਤਾ ਕਰਨ ਵਾਸਤੇ ਨਹੀਂ, ਬਲਕਿ ਹਰ ਮੁਸ਼ਕਿਲ ਦਾ ਮੁਕਾਬਲਾ ਕਰਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਇਹ ਸਮਝ ਦਿੱਤੀ ਹੈ, ਸ਼ਕਤੀ ਦਿੱਤੀ ਹੈ। ਅਸੀਂ ਉਹਦਾ ਇਸਤੇਮਾਲ ਕਰਨਾ ਹੈ। ਜਿੱਦਾਂ ਨੱਥੂ ਲਾਲ ਨੇ ਪਹਿਲਾਂ ਉਹਨੂੰ ਪਤਾ ਨਹੀਂ ਸੀ ਤਾਂ ਲੁੱਟਿਆ ਗਿਆ, ਪਰ ਜਦੋਂ ਪਤਾ ਲੱਗ ਗਿਆ ਤਾਂ ਸਾਰੀ ਜ਼ਿੰਦਗੀ ਫਿਰ ਕਦੀ ਉਹਦਾ ਲਾਸ ਨਹੀਂ ਹੋਇਆ, ਕਦੀ ਉਹਦਾ ਨੁਕਸਾਨ ਨਹੀਂ ਹੋਇਆ, ਕਿਉਂਕਿ ਉਹਨੂੰ ਪਤਾ ਸੀ ਇਹ ਤਾਕਤ ਦਾ ਇਸਤੇਮਾਲ ਕਿੱਦਾਂ ਕਰਨਾ ਹੈ। ਇਸੇ ਤਰ੍ਹਾਂ ਜਿਹਨਾਂ ਨੂੰ ਆਪਣੇ ਅੰਦਰ ਉਹ ਪ੍ਰਮਾਤਮਾ ਦੀ ਪਰਮ ਸ਼ਕਤੀ ਦਾ ਪਤਾ ਲੱਗ ਜਾਂਦਾ ਕਿ ਮੈਂ ਇਹ 'ਤੇ ਯਕੀਨ ਰੱਖਣਾ ਹੈ, ਇਹ 'ਤੇ ਵਿਸ਼ਵਾਸ ਰੱਖਣਾ ਹੈ, ਜਦੋਂ ਕੋਈ ਮੁਸੀਬਤ ਆਵੇ ਤਾਂ ਮੈਂ ਅੰਦਰ ਚੈੱਕ ਕਰਨਾ ਹੈ ਕਿ ਇੱਥੇ ਹੁਣ ਮੁਸੀਬਤਾਂ ਨੂੰ, ਚਿੰਤਾਵਾਂ ਨੂੰ, ਡਰਾਂ ਨੂੰ ਕੋਈ ਜਗ੍ਹਾ ਹੈ ਨਹੀਂ। ਸਮਝਦੇ ਹੋ ਕਿ ਨਹੀਂ? ਕਿਉਂਕਿ ਮੇਰਾ ਦਿਲੋਂ ਦਿਮਾਗ ਮੇਰੇ ਮਾਲਿਕ ਦੇ ਪਿਆਰ ਔਰ ਵਿਸ਼ਵਾਸ ਨਾਲ ਭਰਪੂਰ ਹੈ। ਹੁਣ ਬਾਹਰ ਤਖਤੀ ਲਾ ਦਿੱਤੀ ਹੈ ਹਾਊਸਫੁੱਲ ਦੀ, ਹੁਣ ਇੱਥੇ ਜਗ੍ਹਾ ਹੈ ਨਹੀਂ। ਅੱਜ ਤੁਸੀਂ ਵੀ ਇੱਥੇ ਔਰ ਇੱਥੇ ਇਹ ਤਖਤੀ ਲਾ ਦਿਓ, ਜਦੋਂ ਵੀ ਆਵੇ ਨਾ, ਠੀਕ ਹੈ ਪ੍ਰੋਬਲਮ ਆ ਰਹੀ ਹੈ, ਟੈਨਸ਼ਨ ਨਹੀਂ ਲੈਣੀ ਹੈ, ਹੱਲ ਕਰਨਾ ਇਹਦਾ। ਔਰ ਮੈਨੂੰ ਯਕੀਨ ਆ ਮਾਲਿਕ ਮੇਰੇ ਨਾਲ, ਤਾਂ ਹੱਲ ਵੀ ਹੋ ਜਾਏਗਾ, ਹੱਲ ਵੀ ਹੋ ਜਾਏਗਾ। ਇਸ ਲਈ ਜਦ ਵੀ ਕੋਈ ਪ੍ਰੋਬਲਮ ਆਵੇ ਤਾਂ ਫਿਰ ਇਹੀ ਸੋਚਣਾ ਹੈ ਕਿ ਮੇਰੇ ਮਾਲਿਕ ਦੀ ਸ਼ਕਤੀ ਮੇਰੇ ਨਾਲ ਹੈ, ਇਹਦਾ ਹੱਲ ਵੀ ਹੋ ਜਾਏਗਾ। ਮੈਂ ਕਿਉਂ ਫਿਕਰ ਕਰਨਾ? ਇਸ ਲਈ ਡਰਨਾ ਨਹੀਂ ਹੈ, ਚਿੰਤਾ ਨਹੀਂ ਕਰਨੀ। ਉਹੀ ਗੱਲ ਕਬੀਰ ਸਾਹਿਬ ਕਹਿੰਦੇ ਹੈ ਕਿ ਕਬੀਰ ਆਤਮ ਗਿਆਨ ਵਿੱਚ ਜੁੜੇ ਨਾ ਸੁਖ ਸੇ ਤਾਰ, ਅਗਿਆਨ ਨਾਉ ਹੈ ਪੱਥਰ ਕੀ ਕੈਸੇ ਉਤਰੇ ਪਾਰ। ਕਿ ਜਦ ਤੱਕ ਤੂੰ ਇਹ ਗਿਆਨ ਹੀ ਲਏਗਾ ਕਿ ਮੇਰੇ ਅੰਦਰ ਸ਼ਕਤੀ ਕਿਹੜੀ ਬੈਠੀ ਹੈ। ਇੱਥੇ ਆਤਮ ਗਿਆਨ ਦਾ ਮਤਲਬ ਹੈ ਆਪਣੀ ਆਤਮਾ ਨੂੰ ਸਮਝੋ, ਉਹ ਪਰਮ ਸ਼ਕਤੀਸ਼ਾਲੀ ਪ੍ਰਮਾਤਮਾ ਦੀ ਅੰਸ਼ ਹੈ। ਔਰ ਜਦੋਂ ਇਨਸਾਨ ਮੈਡੀਟੇਸ਼ਨ ਕਰਦਾ ਹੈ, ਧਿਆਨ ਕਰਦਾ ਹੈ, ਤਾਂ ਜਿੱਦਾਂ ਹੀ ਪਹਿਲੇ ਦੱਸਿਆ ਕਿ ਆਪਣੇ ਆਪ ਨੂੰ ਗਿਫਟ ਦਿਆ ਕਰੋ, ਕਿਉਂਕਿ ਸਰਵੋਤਮ ਗਿਫਟ ਆਪਣੇ ਆਪ ਨੂੰ ਦੇਣਾ ਹੈ ਇਕਾਂਤ ਵਿੱਚ, ਇਕੱਲੇ ਬਹਿ ਕੇ ਆਪਣੇ ਮਾਲਿਕ ਦਾ ਧਿਆਨ ਕਰਨਾ, ਮੈਡੀਟੇਸ਼ਨ ਕਰਨਾ, ਕਿਉਂਕਿ ਤੁਸੀਂ ਆਪਣੇ ਆਪ ਨੂੰ ਇੱਕ ਤਾਕਤ ਦਾ ਗਿਫਟ ਦੇ ਰਹੇ ਹੋ। ਕਿਉਂਕਿ ਜਿੱਦਾਂ ਜਿੱਦਾਂ ਤੁਹਾਡਾ ਧਿਆਨ ਆਪਣੇ ਮਾਲਿਕ ਨਾਲ ਜੁੜੇਗਾ, ਆਪਣੇ ਮਾਲਿਕ ਨੂੰ ਯਾਦ ਕਰੋਗੇ, ਸਿਮਰਨ ਕਰੋਗੇ, ਤਾਂ ਉਦਾਂ ਦਾ ਤੁਹਾਨੂੰ ਅਹਿਸਾਸ ਹੋਏਗਾ, ਫੀਲਿੰਗ ਹੋਏਗੀ ਕਿ ਮੇਰਾ ਮਾਲਿਕ ਮੇਰੇ ਨਾਲ ਹੈ। ਫਿਰ ਡਰ, ਚਿੰਤਾਵਾਂ, ਫਿਕਰਾਂ ਸਾਰੀਆਂ ਧੀਰੇ ਧੀਰੇ ਖਤਮ ਹੁੰਦੀਆਂ ਚਲੀਆਂ ਜਾਣਗੀਆਂ, ਕਿਉਂਕਿ ਸ਼ਕਤੀ ਅੰਦਰ ਹੈ, ਬਸ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਹੁਣ ਜਵਾਬ ਦੇਣਾ ਸਾਨੂੰ ਇਹਦਾ, ਤੁਸੀਂ ਇੱਕ ਸਵਾਲ ਪੁੱਛਣਾ ਹੈ ਤੁਹਾਨੂੰ। ਇੱਕ ਬੰਦਾ ਘੋੜੇ ਤੇ ਬੈਠਾ ਹੈ, ਰਕਾਬ 'ਚ ਪੈਰ ਪਾਏ ਹੋਏ ਹੈ। ਹੁਣ ਜਦੋਂ ਲਗਾਮ ਉਹਦੇ ਹੱਥ 'ਚ, ਉਹ ਘੋੜੇ ਨੂੰ ਤੇਜ਼ ਦੜਾਉਣਾ ਹੋਵੇ ਤਾਂ ਕੀ ਕਰਦਾ ਹੈ? ਉਹ ਆਪਣੀ ਅੱਡੀ ਨੂੰ ਘੋੜੇ ਤੇ ਐਦਾਂ ਮਾਰਦਾ ਹੈ, ਤਾਂ ਫਿਰ ਘੋੜਾ ਤੇਜ਼ ਹੁੰਦਾ ਹੈ। ਹੁਣ ਤੇਰਾ ਜਵਾਬ ਦੇਣਾ ਸਾਨੂੰ ਕਿ ਉਹ ਤਾਕਤ ਘੋੜੇ ਅੰਦਰ ਕਿੱਥੋਂ ਆਉਂਦੀ ਹੈ? ਅੱਡੀ ਮਾਰਨ ਨਾਲ ਕਿਤੇ ਬਾਹਰੋਂ ਤਾਕਤ ਆਉਂਦੀ ਹੈ? ਕਿ ਲੈ ਵੀ ਉਹਨੇ ਅੱਡੀ ਮਾਰੀ ਤਾਂ ਬਾਹਰੋਂ ਤਾਕਤ ਆਈ, ਘੋੜੇ 'ਚ ਫਿੱਟ ਹੋ ਗਈ ਤਾਂ ਘੋੜਾ ਦੌੜ ਪਿਆ ਤੇਜ਼। ਤਾਕਤ ਤਾਂ ਪਹਿਲੀ ਘੋੜੇ ਦੇ ਅੰਦਰ ਹੈ, ਬਸ ਉਹ ਅੱਡੀ ਉਹਦੇ ਅੰਦਰਲੀ ਤਾਕਤ ਨੂੰ ਵਧਾਉਂਦੀ ਹੈ ਕਿ ਚੱਲ ਵੀ ਦੌੜ, ਅੱਗੇ ਵਧਣਾ ਹੈ। ਤਾਕਤ ਉਹਦੇ ਅੰਦਰ ਹੀ ਹੈ। ਜਦ ਤੱਕ ਅੱਡੀ ਨਹੀਂ ਪੈਂਦੀ, ਤਾਕਤ ਜਾਗਦੀ ਨਹੀਂ ਹੈ ਔਰ ਘੋੜਾ ਤੇਜ਼ ਨਹੀਂ ਹੁੰਦਾ। ਕਿਉਂਕਿ ਜੇ ਨਾ ਅੱਡੀ ਮਾਰੇ ਤਾਂ ਘੋੜੇ ਨਾਲ ਮਸਤ ਤੁਰਿਆ ਰਹਿਣਾ ਹੈ। ਹਾਲਾਂਕਿ ਤਾਕਤ ਉਦੋਂ ਵੀ ਉਹਦੇ ਅੰਦਰ ਹੀ ਹੈ, ਪਰ ਹਾਲੇ ਅੱਡੀ ਨਹੀਂ ਵੱਜੀ। ਇਹਦਾ ਮਤਲਬ ਘੋੜਾ ਕਹਿੰਦਾ ਲੋੜ ਹੀ ਨਹੀਂ, ਚਲੋ ਆਰਾਮ ਨਾਲ ਮਸਤ ਨਾਲ ਟੁਕ ਟੁਕ ਕਰਦੇ ਤੁਰੇ ਰਹੀਏ। ਪਰ ਜਿੱਦਾਂ ਹੀ ਅੱਡੀ ਮਾਰਦਾ, ਨਾਲ ਹੀ ਘੋੜਾ ਸਪੀਡ ਫੜ ਲੈਂਦਾ ਹੈ, ਫਿਰ ਸਪੀਡ ਫੜਦਾ ਹੈ। ਹੁਣ ਤਾਕਤ ਕਿੱਥੋਂ ਆਈ? ਇਹਦਾ ਮਤਲਬ ਤਾਕਤ ਉਹਦੇ ਅੰਦਰ ਹੀ ਸੀ, ਬਸ ਕੁਝ ਉਪਾਅ ਕਰਨੇ ਪੈਂਦੇ ਉਹ ਅੰਦਰਲੀ ਤਾਕਤ ਨੂੰ ਬਾਹਰ ਲਿਆਉਣ ਦੇ, ਉਹਦਾ ਇਸਤੇਮਾਲ ਕਰਨ ਦੇ। ਇਸੇ ਤਰ੍ਹਾਂ ਤਾਕਤ ਤੁਹਾਡੇ ਅੰਦਰ ਹੀ ਹੈ, ਪਰ ਜਦੋਂ ਤੁਸੀਂ ਸਤਸੰਗ ਵਿੱਚ ਆਉਂਦੇ ਹੋ, ਮੈਡੀਟੇਸ਼ਨ ਕਰਦੇ ਹੋ, ਧਿਆਨ ਕਰਦੇ ਹੋ, ਫਕੀਰਾਂ ਦੀ ਸੋਹਬਤ ਵਿੱਚ ਆਉਂਦੇ ਹੋ ਨਾ, ਤਾਂ ਫਕੀਰਾਂ ਦੀ ਸੋਹਬਤ ਅੱਡੀ ਵਾਲਾ ਕੰਮ ਕਰਦੀ ਹੈ ਕਿ ਤੁਹਾਡੇ ਉਹ ਸ਼ਬਦਾਂ ਦੀ ਅੱਡੀ ਵੱਜਦੀ ਹੈ,
ਉਹ ਧਿਆਨ ਦੀ ਅੱਡੀ ਵੱਜਦੀ ਹੈ, ਉਹ ਸਤਸੰਗ ਦੇ ਵਚਨਾਂ ਦੀ ਅੱਡੀ ਵੱਜਦੀ ਹੈ, ਤਾਂ ਤੁਹਾਡੀ ਤਾਕਤ ਪ੍ਰਗਟ ਹੁੰਦੀ, ਤਾਂ ਤੁਸੀਂ ਜਿੱਥੇ ਐਦਾਂ ਤੁਰੇ ਹੁੰਦੇ ਐਂ ਹੋ ਜਾਂਦੇ ਹੋ, ਤੁਸੀਂ ਫਾਸਟ ਹੋ ਜਾਂਦੇ ਹੋ। ਯਾਨੀ ਮੰਜ਼ਿਲ ਜਿਹੜੀ ਸਾਲਾਂ ਦੂਰ ਹੁੰਦੀ ਹੈ ਉਹ ਦਿਨਾਂ 'ਚ ਮਿਲ ਜਾਂਦੀ ਹੈ ਬੰਦੇ ਨੂੰ। ਇਸ ਲਈ ਤਾਕਤ ਨੂੰ ਪ੍ਰਗਟ ਕਰਨ ਵਾਸਤੇ ਹੈ ਅੰਦਰ ਹੀ। ਜਿੱਦਾਂ ਅਸੀਂ ਪਹਿਲੇ ਦੱਸਿਆ, ਬਾਹਰੋਂ ਕੁਝ ਨਹੀਂ ਆਉਂਦਾ, ਸਭ ਕੁਝ ਰੱਬ ਨੇ ਸਾਡੇ ਅੰਦਰ ਹੀ ਰੱਖਿਆ ਹੈ, ਬਸ ਉਹਨੂੰ ਜਗਾਉਣ ਦੀ ਜ਼ਰੂਰਤ ਹੈ। ਬੀਜ ਦੇ ਅੰਦਰੋਂ ਹੀ ਬ੍ਰਿਕਸ਼ ਹੈ, ਉਹਨੂੰ ਪ੍ਰਗਟ ਕਰਨ ਦੀ ਜ਼ਰੂਰਤ ਹੈ। ਪੱਥਰ ਦੇ ਅੰਦਰ ਹੀ ਮੂਰਤ ਹੈ, ਉਹਨੂੰ ਪ੍ਰਗਟ ਕਰਨ ਦੀ ਜ਼ਰੂਰਤ ਹੈ, ਕਿਉਂਕਿ ਹਰ ਚੀਜ਼ ਅੰਦਰ ਹੀ ਹੁੰਦੀ ਹੈ। ਗੰਨੇ ਦੀ ਮਿਠਾਸ ਕਿੱਥੇ ਹੁੰਦੀ ਹੈ? ਅੰਦਰ ਹੀ ਹੁੰਦੀ ਹੈ ਨਾ, ਬਸ ਪੋਰੀ ਨੂੰ ਛਿੱਲਣ ਦੀ ਲੋੜ ਹੁੰਦੀ ਤਾਂ ਮਿਠਾਸ ਬਾਹਰ ਆ ਜਾਂਦੀ ਹੈ। ਇੱਦਾਂ ਹੀ ਹੁੰਦੀ ਹੈ ਕਿ ਨਹੀਂ? ਤਾਂ ਜੇ ਅਸੀਂ ਹੁਣ ਪੋਰੀ ਨੂੰ ਛਿੱਲੀਏ ਹੀ ਨਾ, ਛਿਲਕਾ ਹੀ ਨਾ ਲਾਈਏ, ਤਾਂ ਮਿਠਾਸ ਵੀ ਹਾਸਿਲ ਨਹੀਂ ਹੋਏਗੀ ਸਾਨੂੰ, ਕਿਉਂਕਿ ਬਾਹਰ ਸਖਤ ਪਰਤ ਹੈ ਪਰ ਅੰਦਰ ਰਸ ਹੈ। ਬਦਾਮਾਂ ਦੀ ਗਿਰੀ ਕਿੱਥੇ ਹੁੰਦੀ ਹੈ? ਨਾਰੀਅਲ ਦਾ ਪਾਣੀ ਜਾਂ ਨਾਰੀਅਲ ਦੀ ਗਰੀ ਕਿੱਥੇ ਹੁੰਦੀ ਹੈ? ਜ਼ਰਾ ਸੋਚੋ। ਉਹ ਕਠੋਰਤਾ ਨੂੰ ਹਟਾਉਣਾ ਪੈਂਦਾ ਹੈ। ਉਹ ਹਟਦੀ ਕਿੱਦਾਂ? ਸੱਟ ਮਾਰਨੀ ਪੈਂਦੀ ਹੈ, ਫਿਰ ਉਹ ਹਟਦੀ ਹੈ ਤਾਂ ਅੰਦਰਲੀ ਮਿਠਾਸ ਪ੍ਰਗਟ ਹੋ ਜਾਂਦੀ ਹੈ। ਚਾਹੇ ਗੰਨੇ ਅੰਦਰ ਹੋਵੇ, ਬਦਾਮ ਅੰਦਰ ਹੋਵੇ, ਗਿਰੀ ਅੰਦਰ ਹੋਵੇ, ਜਾਂ ਕਿਸੇ ਵੀ ਫਲ ਫਰੂਟ ਅੰਦਰ ਦੇਖ ਲਓ ਤੁਸੀਂ। ਇਸੇ ਤਰ੍ਹਾਂ ਕੁਦਰਤ ਨੇ ਸਾਡੇ ਅੰਦਰ ਵੀ ਉਹ ਰਸ ਰੱਖਿਆ ਹੈ, ਉਹ ਮਿਠਾਸ ਰੱਖੀ ਹੈ, ਕਾਮਯਾਬੀ ਦੀ, ਸਫਲਤਾ ਦੀ, ਖੁਸ਼ੀਆਂ ਦੀ, ਆਨੰਦ ਦੀ। ਉਹ ਸ਼ਕਤੀ ਹੈ ਸਾਡੇ ਅੰਦਰ। ਬਸ ਸਾਨੂੰ ਵੀ ਥੋੜੀ ਜਦੋਂ ਸੱਟ ਪੈਂਦੀ ਹੈ ਨਾ ਸ਼ਬਦਾਂ ਦੀ, ਸੰਤਾਂ ਦੇ ਵਚਨਾਂ ਦੀ, ਤਾਂ ਫਿਰ ਸਾਡੀ ਛੁਪੀ ਤਾਕਤ ਵੀ ਇਦਾਂ ਹੀ ਜਾਗਦੀ ਜਿੱਦਾਂ ਘੋੜੇ ਦੇ ਅੰਦਰ ਤਾਕਤ ਤਾਂ ਹੈ, ਪਰ ਜਦ ਤੱਕ ਅੱਡੀ ਨਾ ਵੱਜੇ ਪ੍ਰਗਟ ਨਹੀਂ ਹੁੰਦੀ, ਉਹਦਾ ਇਸਤੇਮਾਲ ਨਹੀਂ ਕਰ ਪਾਉਂਦਾ ਉਹ। ਇਸੇ ਤਰ੍ਹਾਂ ਅਸੀਂ ਵੀ ਸੱਟਾਂ ਮਾਰਦੇ ਨਾ, ਇਸ ਲਈ ਮਾਰ ਰਹੇ ਹਾਂ ਤੁਹਾਡੇ, ਕਿ ਤੁਹਾਡੀ ਛੁਪੀ ਤਾਕਤ ਵੀ ਬਾਹਰ ਆਵੇ, ਤਾਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ, ਬਲਕਿ ਜਾਣ ਪਾਵੋ ਕਿ ਸਾਡੇ ਅੰਦਰ ਸ਼ਕਤੀਸ਼ਾਲੀ ਪ੍ਰਮਾਤਮਾ ਦੀ ਅਨੰਤ ਸ਼ਕਤੀ ਹੈ, ਬੇਅੰਤ ਸ਼ਕਤੀ ਹੈ, ਜਿਹਦਾ ਕੋਈ ਅੰਤ ਨਹੀਂ ਹੈ। ਤਾਂ ਜੇ ਸ਼ਕਤੀਸ਼ਾਲੀ ਮਾਲਿਕ ਸਾਡੇ ਨਾਲ ਹੈ ਤਾਂ ਸਾਨੂੰ ਕਾਮਯਾਬੀ ਜ਼ਰੂਰ ਮਿਲੇਗੀ। ਇਸ ਲਈ ਕਹਿ ਦਿਓ ਆਪਣੇ ਅੰਦਰ ਕਿ ਜੇ ਮਾਲਿਕ ਸਾਡੇ ਨਾਲ ਹੈ ਤਾਂ ਸਾਨੂੰ ਕਾਮਯਾਬੀ ਬਸ ਜਿਹਨਾਂ ਨੂੰ ਇਹ ਵਿਸ਼ਵਾਸ ਹੁੰਦਾ ਨਾ ਕਿ ਮੈਂ ਕਾਮਯਾਬ ਹੋਣਾ ਹੈ ਕਿਉਂਕਿ ਮੇਰਾ ਸਾਥ ਦੇਣ ਵਾਲਾ ਮੇਰਾ ਮਾਲਿਕ ਮੇਰੇ, ਤਾਂ ਫਿਰ ਕਾਮਯਾਬੀ ਕਿਉਂ ਨਾ ਮਿਲੇ? ਕਿਉਂਕਿ ਉਹ ਤਾਂ ਕਿਸੇ ਮੈਦਾਨ 'ਚ ਨਹੀਂ ਹਾਰਿਆ ਤਾਂ ਨਾ ਕਦੀ ਹਾਰ ਸਕਦਾ ਹੈ। ਤਾਂ ਜੇ ਉਹ ਵਿਜੇਤਾ ਨੇ ਤੁਹਾਡੀ ਬਾਂਹ ਫੜ ਲਈ ਤਾਂ ਤੁਹਾਨੂੰ ਵੀ ਕਦੀ ਹਾਰਨ ਨਹੀਂ ਦੇਗਾ। ਇਹ ਯਾਦ ਰੱਖੋ ਹਮੇਸ਼ਾ। ਜੇ ਹੁਣ ਹਾਰਿਆ ਹੋਇਆਂ ਦੀ ਸੰਗਤ ਕਰੋਗੇ ਤਾਂ ਫਿਰ ਤਾਂ ਤੁਸੀਂ ਵੀ ਹਾਰਨਾ ਹੀ ਹੈ, ਤਾਂ ਜੇ ਵਿਜੇਤਾ ਦੀ ਸੰਗਤ ਕਰੋਗੇ ਤਾਂ ਫਿਰ ਤੁਸੀਂ ਵੀ ਵਿਜੇਤਾ ਬਣਨਾ ਹੈ, ਜਿੱਤਣਾ ਹੈ ਤੁਸੀਂ ਵੀ, ਕਿਉਂਕਿ ਇਹ ਸੰਗਤ ਦਾ ਅਸਰ ਹੈ। ਤਾਂ ਹੀ ਤਾਂ ਕਹਿੰਦੇ ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਉੱਚਿਆਂ ਦੇ ਸੰਗ ਲਾਈ, ਸਦਕੇ ਜਾਵਾਂ ਇਹਨਾਂ ਉੱਚਿਆਂ ਤੋਂ ਜਿਹਨਾਂ ਨੀਵਿਆਂ ਨਾਲ। ਇਹੀ ਤਾਂ ਹੁੰਦਾ ਹੈ ਕਿ ਉੱਚੇ ਨਾਲ ਯਾਰੀ ਲਾਵਾਂਗੇ ਤਾਂ ਬਾਂਹ ਫੜ ਕੇ ਸਾਨੂੰ ਵੀ। ਜ਼ਰਾ ਗੌਰ ਕਰਨਾ, ਤੁਸੀਂ ਇੱਕ ਅਨਪੜ੍ਹ ਬੱਚੇ ਨੂੰ ਕਿਹਦੇ ਕੋਲ ਭੇਜ ਦਿਓ ਪੜ੍ਹਨ ਵਾਸਤੇ? ਟੀਚਰ ਕੋਲ ਭੇਜ ਦਿਓ, ਕਿਉਂਕਿ ਪਤਾ ਹੈ ਇਹ ਬੱਚਾ ਇੱਥੇ ਹੈ, ਅਨਪੜ੍ਹ ਹੈ, ਤਾਂ ਟੀਚਰ ਇੱਥੇ ਹੈ। ਹੁਣ ਕਦੀ ਇਦਾਂ ਨਹੀਂ ਹੋਇਆ ਕਿ ਬੱਚਾ ਅਨਪੜ੍ਹ ਹੈ ਤਾਂ ਮਾਸਟਰ ਨੂੰ ਖਿੱਚ ਕੇ ਅਨਪੜ੍ਹ ਕਰ ਦੇਵੇ? ਹੋ ਸਕਦਾ ਇਦਾਂ? ਬੋਲੋ, ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਜਿੰਨੇ ਮਰਜ਼ੀ ਬੁਰੇ ਹੋਵੋ, ਜਿੰਨੀ ਮਰਜ਼ੀ ਨੀਵੀਂ ਜਗ੍ਹਾ ਹੋਵੋ, ਪਰ ਜਦੋਂ ਮੁਰਸ਼ਿਦ ਦੇ ਨਾਲ ਯਾਰੀ ਲਾ ਲੈਂਦੇ ਹੋ, ਫਕੀਰਾਂ ਨਾਲ ਯਾਰੀ ਲਾ ਲੈਂਦੇ ਹੋ, ਤਾਂ ਤੁਸੀਂ ਫਕੀਰਾਂ ਨੂੰ ਥੱਲੇ ਨਹੀਂ ਲਿਆ ਸਕਦੇ, ਬਲਕਿ ਉਹ ਫਕੀਰ ਬਾਂਹ ਫੜ ਕੇ ਤੁਹਾਨੂੰ ਉੱਪਰ ਲੈ ਜਾਂਦੇ। ਸਮਝ ਦੇਣਾ, ਕਿਉਂਕਿ ਇਹੀ ਤਾਂ ਗੱਲ ਹੈ। ਤਾਂ ਹੀ ਤਾਂ ਕਿ 100 ਬੱਚਾ ਕੀ 1000 ਲੱਖ ਬੱਚਾ ਵੀ ਹੋਵੇ ਨਾ, ਲੱਖ ਅਨਪੜ੍ਹ ਬੱਚਾ ਵੀ ਇੱਕ ਮਾਸਟਰ ਨੂੰ ਅਨਪੜ੍ਹ ਨਹੀਂ ਬਣਾ ਸਕਦਾ, ਪਰ ਮਾਸਟਰ ਚਾਹਵੇ ਤਾਂ ਲੱਖ ਅਨਪੜ੍ਹ ਬੱਚੇ ਨੂੰ ਡਿਗਰੀਆਂ ਤੱਕ ਯਾਨੀ ਪੜ੍ਹਾ ਸਕਦਾ ਹੈ, ਉਹਨਾਂ ਨੂੰ ਡਿਗਰੀ ਲੈਣ ਦੇ ਲਾਇਕ ਬਣਾ ਸਕਦਾ ਹੈ। ਬੋਲੋ, ਹੈਂਦਾ ਕਿ ਨਹੀਂ? ਜਿਹਦਾ ਪੁੱਛੋ ਇੱਕ ਟੀਚਰ ਨੂੰ ਆਪਣੇ ਜੀਵਨ 'ਚ ਕਿੰਨੇ ਬੱਚੇ ਪੜ੍ਹਾਏ, ਬੇਸ਼ੱਕ ਇੱਕ ਵਾਰੀ ਉਹਦੇ ਕਲਾਸ 'ਚ 10 ਬੱਚੇ ਹੋਣ, 50 ਹੋਣ, ਪਰ ਉਹ ਕਹੇਗਾ ਜੀਵਨ 'ਚ ਮੈਂ ਹਜ਼ਾਰਾਂ ਬੱਚੇ ਪੜ੍ਹਾਏ ਹੈ, ਕਿਉਂਕਿ ਹਰ ਸਾਲ ਨਵੇਂ ਬੱਚੇ ਮੇਰੇ ਕੋਲ ਆਉਂਦੇ ਹੈ। ਕਦੀ ਟਿਊਸ਼ਨ ਦੇ ਰੂਪ 'ਚ, ਕਦੀ ਸਕੂਲ ਦੇ ਰੂਪ 'ਚ ਮੈਂ ਕਿੰਨੇ ਬੱਚੇ ਪੜ੍ਹਾਏ, ਹਜ਼ਾਰਾਂ ਬੱਚੇ ਪੜ੍ਹਾਏ ਹੈ। ਹੁਣ ਹਜ਼ਾਰਾਂ ਅਨਪੜ੍ਹ ਬੱਚੇ ਪੜ੍ਹ ਗਏ ਟੀਚਰ ਕੋਲੋਂ, ਪਰ ਕਦੀ ਟੀਚਰ ਨੇ ਇਹ ਨਹੀਂ ਕਿਹਾ ਉਹ ਹਜ਼ਾਰਾਂ ਨੇ ਮੈਨੂੰ ਅਨਪੜ੍ਹ ਕਰ ਦਿੱਤਾ, ਜਾਂ ਹਜ਼ਾਰਾਂ ਨੂੰ ਪੜ੍ਹਾਉਂਦੇ ਮੈਂ ਅਨਪੜ੍ਹ ਹੋ ਗਿਆ। ਨਹੀਂ, ਇਦਾਂ ਕਦੀ ਹੋਇਆ? ਕਿਉਂ? ਇਹੀ ਤਾਂ ਅਸੀਂ ਸਮਝਾ ਰਹੇ, ਇਹਨੇ ਤਾਂ ਸਮਝਣਾ ਹੈ ਕਿ ਜਦੋਂ ਅਸੀਂ ਵੀ ਉਹ ਉੱਚੇ ਨਾਲ ਯਾਰੀ ਲਾਉਂਦੇ ਆ ਨਾ, ਤਾਂ ਫਿਰ ਉਹ ਉੱਚਾ ਤਾਂ ਸਾਨੂੰ ਉਚਾਈ ਤੱਕ ਲੈ ਜਾਏਗਾ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਹੂੰ ਤੇ ਨਾ ਡਰੇ। ਪਰ ਅਸੀਂ ਲੱਖ ਕੋਸ਼ਿਸ਼ ਕਰਕੇ ਵੀ ਉਹਨੂੰ ਨਹੀਂ ਗਿਰਾ ਸਕਦੇ। ਇਸ ਲਈ ਕਹਿੰਦੇ ਉੱਚਿਆਂ ਨਾਲ ਯਾਰੀ ਲਾਓ, ਕਿਉਂਕਿ ਜਿਹਦੇ ਨਾਲ ਤੁਸੀਂ ਯਾਰੀ ਲਾਣੀ ਨਾ, ਯਾਦ ਰੱਖੋ ਵੀ ਤੁਸੀਂ ਉਸੇ ਲੈਵਲ ਤੇ ਚਲੇ ਜਾਣਾ ਹੈ। ਇਹ ਯਾਦ ਰੱਖਣਾ ਹਮੇਸ਼ਾ। ਜੇ ਤੁਸੀਂ ਆਪਣੇ ਤੋਂ ਨੀਵੇਂ ਨਾਲ ਯਾਰੀ ਲਾਓਗੇ ਤਾਂ ਕਿਤੇ ਨਾ ਕਿਤੇ ਉਹਨੇ ਤੁਹਾਨੂੰ ਉੱਥੇ ਹੀ ਰੱਖਣਾ, ਅੱਗੇ ਨਹੀਂ ਜਾਣ ਦੇਣਾ, ਕਿਉਂਕਿ ਤੁਸੀਂ ਯਾਰੀ ਉਹਦੇ ਨਾਲ ਲਾਈਓ ਤੁਹਾਡੇ ਥੱਲੇ ਹੈ। ਤੁਸੀਂ ਉਹਨੂੰ ਤਾਂ ਆਪਣੇ ਲੈਵਲ ਤੇ ਲੈ ਕੇ ਆ ਸਕਦੇ ਹੋ, ਪਰ ਉਹ ਤੁਹਾਨੂੰ ਅੱਗੇ ਨਹੀਂ ਲਿਜਾ ਸਕਦਾ। ਕਿਉਂ? ਕਿਉਂਕਿ ਉਹ ਥੱਲੇ ਹੈ। ਸਮਝਦੇ ਹੋ ਕਿ ਨਹੀਂ?
ਪਰ ਜਦੋਂ ਹੀ ਤੁਸੀਂ ਯਾਰੀ ਉੱਪਰਲੇ ਨਾਲ ਲਾਉਂਦੇ ਹੋ ਤਾਂ ਤੁਹਾਡੀ ਸੰਭਾਵਨਾ ਵੱਧ ਜਾਂਦੀ ਕਿ ਹੁਣ ਤੁਸੀਂ ਵੀ ਇੱਥੋਂ ਉੱਥੇ ਪਹੁੰਚ ਜਾਵੋ। ਸਮਝਦੇ ਹੋ ਕਿ ਨਹੀਂ? ਹੁਣ ਇਹਨੂੰ ਇਦਾਂ ਵੀ ਸਮਝ ਲਓ, ਇੱਕ ਬੱਚਾ 5ਵੀਂ ਕਲਾਸ 'ਚ ਪੜ੍ਹ ਰਿਹਾ ਹੈ, ਆਖਰਲੇ ਵਚਨ ਹੈ, ਫਿਰ ਸਤਸੰਗ ਦੀ ਸਮਾਪਤੀ ਕਰਾਂਗੇ। ਇੱਕ ਬੱਚਾ 5ਵੀਂ ਕਲਾਸ 'ਚ ਪੜ੍ਹ ਰਿਹਾ ਹੈ, ਹੁਣ ਇੱਕ ਬੱਚਾ 3ਜੀ ਕਲਾਸ 'ਚ ਪੜ੍ਹ ਰਿਹਾ ਹੈ। ਹੁਣ 5ਵੀਂ ਬੱਚੇ ਵਾਲੇ ਨਾਲ 3ਜੀ ਕਲਾਸ ਵਾਲੇ ਦੀ ਯਾਰੀ ਹੋ ਜਾਵੇ ਤਾਂ ਹੁਣ 3ਜੀ ਕਲਾਸ ਵਾਲੇ ਬੱਚੇ ਨੂੰ ਫਾਇਦਾ ਕੀ ਹੋਏਗਾ ਕਿ ਉਹ 5ਵੀਂ ਕਲਾਸ ਵਾਲੇ ਤੋਂ ਗਿਆਨ ਲੈ ਕੇ ਆਸਾਨੀ ਨਾਲ ਪਾਸ ਹੋ ਕੇ 5ਵੀਂ ਤੱਕ ਪਹੁੰਚ ਸਕਦਾ ਹੈ। ਪਰ ਜਰਾ ਸੋਚੋ 5ਵੀਂ ਵਾਲੇ ਨੂੰ ਕੀ ਫਾਇਦਾ ਹੋਏਗਾ? ਉਹਨੂੰ ਤਾਂ ਕੋਈ ਫਾਇਦਾ ਨਹੀਂ ਨਾ, ਉਹ ਤਾਂ ਫਿਰ ਰਿਹਾ ਉੱਥੇ ਦਾ ਉੱਥੇ। ਹੁਣ 5ਵੀਂ ਵਾਲੇ ਨੂੰ ਫਾਇਦਾ ਕਦੋਂ ਹੋਏਗਾ? ਜਦੋਂ 5ਵੀਂ ਵਾਲਾ 10ਵੀਂ ਵਾਲੇ ਨਾਲ ਯਾਰੀ ਲਾਏਗਾ, ਕਿਉਂਕਿ ਉਹਨੂੰ ਫਾਇਦਾ ਆਪਣੇ ਤੋਂ ਉੱਚੇ ਨਾਲ ਯਾਰੀ ਲਾਉਣ 'ਚ ਹੈ। ਜੇ ਉਹਨਾਂ ਉੱਪਰ ਜਾਣਾ ਹੈ ਤਾਂ ਜੇ ਉਹ ਕਹੇ ਲੈ ਆ 3ਜੀ ਵਾਲੇ ਤਾਂ ਮੇਰੇ 100 ਯਾਰ ਹੈ, ਆ ਪਹਿਲੀ ਵਾਲੇ ਤਾਂ ਮੇਰੇ ਹਜ਼ਾਰਾਂ ਹੀ ਯਾਰ ਹੈ, ਤਾਂ ਭਾਈ ਪਹਿਲੀ ਵਾਲੇ ਹਜ਼ਾਰਾਂ ਵੀ ਹੋਣਗੇ ਨਾ, ਉਹ ਤੈਨੂੰ 5ਵੀਂ ਚੋਂ 10ਵੀਂ ਤੱਕ ਨਹੀਂ ਲੈ ਕੇ ਜਾ ਸਕਦੇ, ਉਹ ਤੈਨੂੰ 5ਵੀਂ 'ਚ ਰੱਖਣਗੇ। ਪਰ ਜੇ 10ਵੀਂ ਵਾਲਾ 12ਵੀਂ ਵਾਲਾ MBA BA ਇੱਕ ਵੀ ਤੇਰਾ ਯਾਰ ਹੈ ਨਾ, ਸੱਚਾ ਯਾਰ ਹੈ, ਤਾਂ ਉਹ ਤੈਨੂੰ ਉੱਥੇ ਤੱਕ ਲੈ ਕੇ ਜਾਣ 'ਚ ਮਦਦ ਜ਼ਰੂਰ ਕਰੇਗਾ। ਇਸ ਲਈ ਯਾਰ ਹਜ਼ਾਰਾਂ ਨਹੀਂ, ਯਾਰ ਇੱਕੋ ਹੀ ਬਹੁਤ ਹੈ, ਅਗਰ ਉਹ ਉੱਚਾ ਹੋਵੇ, ਸੱਚਾ ਹੋਵੇ। ਸਮਝ ਆ ਰਹੀ ਸਾਡੀ ਗੱਲ? ਇਸ ਲਈ ਮਹਾਭਾਰਤ ਪੜ੍ਹ ਕੇ ਦੇਖੋ ਕਿ ਪਾਂਡਵਾਂ ਦੀ ਪੂਰੀ ਸੈਨਾ ਉਹ ਨਹੀਂ ਕਰ ਪਾਈ ਜੋ ਇਕੱਲੇ ਕਿਹਨੇ ਕਰ ਦਿੱਤਾ? ਸ਼੍ਰੀ ਕ੍ਰਿਸ਼ਨ ਨੇ ਕਰ ਦਿੱਤਾ, ਆਪਣੀ ਸਲਾਹ ਦੇ ਨਾਲ ਹੀ, ਆਪਣੇ ਗਿਆਨ ਦੇ ਨਾਲ ਹੀ। ਕਿਉਂਕਿ ਭੀਸ਼ਮ ਪਿਤਾਮਾ ਵਰਗੇ, ਗੁਰੂ ਦ੍ਰੋਣ ਵਰਗੇ, ਆਪਣੇ ਜਿੰਨੇ ਵੀ ਜਾਈ ਕਹ ਲਈ, ਕੰਸ ਸੀ ਐਡਾ ਵੱਡਾ ਸਮਰਾਟ ਰਾਜਾ, ਸ਼੍ਰੀ ਕ੍ਰਿਸ਼ਨ ਨੇ ਹੱਥਿਆਂ ਨੇ ਕੱਲਿਆਂ ਨਹੀਂ ਜਾ ਕੇ ਐਡੇ ਵੱਡੇ ਰਾਜੇ ਨੂੰ ਚਿੱਤ ਕਰ ਦਿੱਤਾ। ਫਿਰ ਉਧਰ ਮਹਾਭਾਰਤ ਦੀ ਜੰਗ ਲੈ ਲਈਏ ਕਿ ਚਾਹੇ ਗੁਰੂ ਦ੍ਰੋਣ ਵਰਗੇ ਸੀ, ਭੀਸ਼ਮ ਪਿਤਾਮਾ ਵਰਗੇ ਬੜੇ ਬੜੇ ਧਨੁਰਧਰ ਸੀ, ਯੋਧਾ ਸੀ, ਔਰ ਚਾਹੇ ਕਰਨ ਵਰਗੇ ਯੋਧਾ ਸੀ ਜਿਹੜੇ ਕਿ ਅਰਜੁਨ ਤੋਂ ਬਹੁਤ ਉੱਪਰ ਸੀ, ਔਰ ਫਿਰ ਵੀ ਉਹਨਾਂ ਦਾ ਅੰਤ ਹੋਇਆ। ਇਹ ਅਰਜੁਨ ਦੀ ਉਹ ਨਹੀਂ ਸੀ ਕਿ ਅਰਜੁਨ ਦੀ ਬਹਾਦਰੀ ਸੀ, ਇਹ ਸ਼੍ਰੀ ਕ੍ਰਿਸ਼ਨ ਦਾ ਗਿਆਨ ਸੀ, ਸਮਝ ਸੀ ਕਿ ਉਹ ਅਰਜੁਨ ਨੂੰ ਸਮਝਾਉਂਦੇ ਗਏ ਤਾਂ ਅਰਜੁਨ ਉੱਦਾਂ ਕੰਮ ਕਰਦਾ ਗਿਆ ਤਾਂ ਉਹਦੀ ਜਿੱਤ ਹੁੰਦੀ ਚਲੀ ਗਈ। ਇਸ ਲਈ ਲਾਸਟ ਵਿੱਚ ਪਾਂਡਵਾਂ ਨੇ ਕੀ ਕਿਹਾ ਸੀ ਕਿ ਜੇ ਸ਼੍ਰੀ ਕ੍ਰਿਸ਼ਨ ਸਾਡੇ ਨਾਲ ਨਾ ਹੁੰਦੇ ਤਾਂ ਸਾਡੀ ਜਿੱਤ ਕਦੀ। ਇਹਦਾ ਮਤਲਬ ਉਹਨਾਂ ਪੂਰੀ ਸੈਨਾ ਨੂੰ ਸ਼੍ਰੇਅ ਨਹੀਂ ਦਿੱਤਾ, ਉਹਨਾਂ ਪਤਾ ਸੀ ਪੂਰੀ ਸੈਨਾ ਮਿਲ ਕੇ ਉਹ ਨਹੀਂ ਕਰ ਸਕਦੀ ਜੋ ਇਹ ਇਕੱਲੇ ਕਰ ਸਕਦੇ ਆ, ਜੋ ਇਕੱਲਿਆਂ ਨੇ ਕਰ ਦਿੱਤਾ। ਇਸ ਲਈ ਯਾਰ ਤਾਂ ਇੱਕੋ ਹੀ ਬਹੁਤ ਹੈ, ਅਗਰ ਉਹ ਸਹੀ ਸਲਾਹਕਾਰ ਹੋਵੇ, ਸਹੀ ਮੰਜ਼ਿਲ ਦੀ ਤਰਫ ਲੈ ਕੇ ਜਾਣ ਵਾਲਾ ਹੋਵੇ, ਤਾਂ ਜੋ ਇਕੱਲੇ ਨੇ ਕਰ ਦੇਣਾ ਨਾ, ਉਸ ਲੱਖਾਂ ਸਾਡੇ ਯਾਰ ਨਹੀਂ ਕਰ ਸਕਦੇ। ਇਸ ਲਈ ਇੱਕ ਵਾਰ ਫਿਰ ਕਵਾਂਗੇ ਕਿ ਜੇ ਤੁਸੀਂ 5ਵੀਂ ਚੋਂ ਜਾਂ 10ਵੀਂ ਚੋਂ ਨਾ, ਤਾਂ 10ਵੀਂ ਤੋਂ ਥੱਲੇ ਤੁਸੀਂ ਹਜ਼ਾਰਾਂ ਹੀ ਯਾਰ ਬਣਾ ਲਓ, ਉਹ ਤੁਹਾਡੇ ਲੈਵਲ ਨੂੰ ਅਪ ਨਹੀਂ ਕਰ ਸਕਦੇ। ਉਹਨਾਂ ਨੂੰ ਫਾਇਦਾ ਜ਼ਰੂਰ ਹੋਏਗਾ, ਉਹ ਤੁਹਾਡੇ ਤੋਂ ਫਾਇਦਾ ਲੈ ਸਕਦੇ, ਪਰ ਤੁਹਾਨੂੰ ਉਹਨਾਂ ਤੋਂ ਕੋਈ ਫਾਇਦਾ ਨਹੀਂ ਹੋਏਗਾ, ਕਿਉਂਕਿ ਤੁਹਾਡਾ ਲੈਵਲ ਨਹੀਂ ਵਧੇਗਾ। ਪਰ ਜਿੱਦਾਂ ਹੀ ਤੁਸੀਂ ਆਪਣੇ ਤੋਂ ਉੱਚੇ ਨਾਲ ਯਾਰੀ ਲਾ ਲਈ ਤਾਂ ਉੱਥੋਂ ਹੀ ਤੁਹਾਨੂੰ ਫਾਇਦਾ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਹੁਣ ਤੁਹਾਨੂੰ ਉਹ ਨੌਲੇਜ ਮਿਲੇਗੀ, ਉਹ ਗਿਆਨ ਮਿਲੇਗਾ ਜਿਹੜਾ ਉਸਨੇ, ਜਿੰਦਾ ਫਰਜ਼ ਕਰੋ ਕਿਸੇ ਨੇ BA ਕੀਤੀ ਹੈ, ਹੁਣ ਉਹਨੇ BA ਕਰ ਜਿੰਨੇ ਸਾਲ ਲਾਏ ਹੈ, ਉਹ 10ਵੀਂ ਵਾਲੇ ਬੱਚੇ ਨੂੰ ਉਹ ਗਿਆਨ ਕੁਝ ਘੰਟਿਆਂ 'ਚ ਹੀ ਦੇ ਸਕਦਾ ਹੈ, ਕੁਝ ਮਿੰਟਾਂ 'ਚ ਹੀ ਦੇ ਸਕਦਾ ਹੈ ਕਿ ਵੀ ਆਹ ਕਰ ਲੈ, ਆਹ ਕਰ ਲੈ, ਇਦਾਂ ਕਰ ਲੈ, ਇਹਦਾ ਫਾਇਦਾ ਹੈ ਤੈਨੂੰ। ਸਮਝ ਆ ਰਹੀ ਨੇ ਸਾਡੀ ਗੱਲ? ਇਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਉੱਚਿਆਂ ਨਾਲ ਯਾਰੀ ਲਾਉਂਦੇ ਹਾਂ ਤਾਂ ਸਾਡੀ ਮੱਤ, ਸਾਡੀ ਸੋਚ ਵੀ ਉੱਚੀ ਹੋ ਜਾਂਦੀ ਹੈ, ਔਰ ਫਿਰ ਸਾਡੇ ਜੀਵਨ 'ਚ ਕੋਈ ਕਮੀ ਨਹੀਂ ਰਹਿੰਦੀ। ਇਸ ਲਈ ਕਿਹਾ ਹੁਣ ਐਸਾ ਨਹੀਂ ਯਾਰ ਬਟਾਉਣਾ ਭਾਵੇਂ ਸੋਹਣੇ ਮਿਲਣ ਹਜ਼ਾਰਾਂ, ਜੋ ਕਰਨਾ ਹੈ ਉਸ ਇੱਕ ਨੇ ਉਹ ਕਰਨਾ ਨਹੀਂ ਹਜ਼ਾਰਾਂ, ਕਿ ਜਿਹੜਾ ਉਸ ਇੱਕ ਨੇ ਕਰ ਦੇਣਾ ਉਹ ਹਜ਼ਾਰਾਂ ਨੇ ਨਹੀਂ ਕਰਨਾ। ਇਸ ਲਈ ਹੋ ਗਏ ਉਹਦੇ ਤਾਂ ਹੁਣ ਕਾਹਦਾ ਡਰਨਾ। ਇਸ ਲਈ ਇੱਦਾਂ ਸਮਝ ਲਓ ਕਿ ਜੋ ਸਿੱਖ ਨੇ ਕਰਨਾ ਹਜ਼ਾਰਾਂ ਨੇ ਨਹੀਂ ਕਰਨਾ। ਜਦੋਂ ਹੋ ਗਏ ਉਸ ਇੱਕ ਦੇ ਤਾਂ ਫਿਰ ਕੀ ਡਰਨਾ? ਹੁਣ ਕਾਹਦਾ ਡਰਨਾ? ਜਦੋਂ ਇੱਕ ਦੇ ਹੋ ਗਏ, ਆਪਣੇ ਮਾਲਿਕ ਦੇ ਹੋ ਗਏ, ਤਾਂ ਕਾਹਦਾ ਡਰ, ਕਾਹਦੀ ਚਿੰਤਾ? ਇਸ ਲਈ ਅੱਜ ਤੋਂ ਚਿੰਤਾਵਾਂ ਨੂੰ ਦਰਵਾਜ਼ਾ, ਕਿਉਂਕਿ ਹਾਊਸ, ਅੱਜ ਤੋਂ ਚਿੰਤਾਵਾਂ ਨੂੰ ਦਰਵਾਜ਼ਾ, ਕਿਉਂਕਿ ਹਾਊਸ। ਹੁਣ ਤੁਸੀਂ ਕਰ ਲਿਆ ਕਿ ਨਹੀਂ? ਕਾਹਦੇ ਨਾਲ ਡਰਨਾ? ਚਿੰਤਾ ਨਾਲ ਜਾਂ ਮਾਲਿਕ ਦੇ ਪਿਆਰ ਨਾਲ, ਵਿਸ਼ਵਾਸ ਨਾਲ? ਕਿਉਂਕਿ ਦੋ ਚੀਜ਼ਾਂ ਨਾਲ ਹੋ ਸਕਦਾ ਬੰਦਾ, ਮੈਂ ਤਾਂ ਡਰ ਨਾਲ ਹੀ ਭਰਿਆ ਹੈ, ਮੈਂ ਤਾਂ ਚਿੰਤਾਵਾਂ ਨਾਲ ਭਰਿਆ। ਭਾਈ ਜੇ ਚਿੰਤਾਵਾਂ ਨਾਲ ਭਰਿਆ ਤਾਂ ਫਿਰ ਵਿਸ਼ਵਾਸ ਨੂੰ, ਪ੍ਰੇਮ ਨੂੰ ਜਗ੍ਹਾ ਕਿੱਥੇ ਹੋਏਗੀ? ਇਸ ਲਈ ਪ੍ਰੇਮ ਨਾਲ ਭਰਪੂਰ ਕਰੋ, ਵਿਸ਼ਵਾਸ ਨਾਲ ਭਰਪੂਰ ਕਰੋ ਕਿ ਪਰਮ ਸ਼ਕਤੀਸ਼ਾਲੀ ਪਰਮਾਤਮਾ ਦੀ ਸ਼ਕਤੀ ਮੇਰੇ ਅੰਦਰ ਹੈ ਔਰ ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਜਰਾ ਗੌਰ ਕਰਨਾ, ਇਹਨੂੰ ਕਹਿੰਦੇ ਤਿਆਰੀ, ਕਿ ਆਪਣੀ ਤਾਕਤ ਤੇ ਆਪਣੇ ਮਾਲਿਕ ਤੇ ਯਕੀਨ ਕਰਨਾ ਕਿ ਮੈਂ ਕਮਜ਼ੋਰ ਨਹੀਂ ਹਾਂ। ਹਰ ਹਾਲਾਤ ਦਾ ਸਾਹਮਣਾ ਕਰਨ ਨੂੰ, ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਮੈਂ ਤਿਆਰ ਹਾਂ, ਕਿਉਂਕਿ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਬਸ ਇਹੀ ਤਾਂ ਹੁੰਦਾ ਹੈ, ਇਹੀ ਵਿਸ਼ਵਾਸ ਉਹ ਅੱਡੀ ਹੈ ਜਿਹੜਾ ਸਾਡੀ ਸ਼ਕਤੀ ਨੂੰ ਜਗਾਉਂਦਾ ਹੈ।
ਔਰ ਜਦੋਂ ਸ਼ਕਤੀ ਜਾਗਦੀ ਹੈ ਤਾਂ ਔਖੀ ਤੋਂ ਔਖੀ ਮੰਜ਼ਿਲ ਵੀ ਆਸਾਨ ਹੋ ਜਾਂਦੀ ਹੈ। ਇਸ ਲਈ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ ਜਦੋਂ ਇਨਸਾਨ ਦੇ ਅੰਦਰ ਆਪਣੇ ਮਾਲਿਕ ਦਾ ਵਿਸ਼ਵਾਸ ਹੋਵੇ, ਆਪਣੇ ਮਾਲਿਕ ਤੇ ਯਕੀਨ ਹੋਵੇ। ਇਸ ਲਈ ਅੰਦਰ ਵਿਸ਼ਵਾਸ ਰੱਖੋ, ਯਕੀਨ ਰੱਖੋ, ਹਰ ਕਦਮ ਤੇ ਮਾਲਿਕ ਤੁਹਾਡੇ ਨਾਲ ਹੈ। ਕਿਸੇ ਚੀਜ਼ ਦੀ ਫਿਕਰ ਨਹੀਂ ਕਰਨੀ, ਕਿਸੇ ਚੀਜ਼ ਤੋਂ ਡਰਨਾ ਨਹੀਂ ਹੈ। ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਆਵੇ ਤਾਂ ਯਾਦ ਰੱਖਣਾ ਕਿ ਮੁਸ਼ਕਿਲ ਤੋਂ ਮੇਰਾ ਮਾਲਿਕ ਬਹੁਤ ਬੜਾ ਹੈ, ਮੇਰੇ ਮਾਲਿਕ ਦੀ ਰਹਿਮਤ ਬਹੁਤ, ਔਰ ਮੈਂ ਵੀ ਬੜਿਆਂ ਨਾਲ ਲਾ ਲਈ ਹੈ ਹੁਣ। ਇਸ ਲਈ ਉਹ ਵਿਜੇਤਾ ਹੈ, ਔਰ ਜੇ ਵਿਜੇਤਾ ਨੇ ਮੇਰੀ ਬਾਹ ਫੜੀ ਹੈ ਤਾਂ ਮੈਨੂੰ ਕਦੀ ਹਾਰ ਨਹੀਂ ਦੇਗਾ, ਮੇਰੀ ਜਿੱਤ ਜ਼ਰੂਰ ਹੋਏਗੀ। ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ ਕਿ ਜੇ ਮੇਰਾ ਮਾਲਿਕ ਮੇਰੀ ਤਰਫੋਂ ਖੇਲ ਰਿਹਾ ਹੈ ਨਾ, ਮੇਰੇ ਨਾਲ ਚੱਲ ਰਿਹਾ ਹੈ, ਤਾਂ ਮੇਰੀ ਜਿੱਤ ਜ਼ਰੂਰ ਹੋਏਗੀ। ਪਰ ਉਹ ਸਮਝਦੇ ਹੋ ਕਿ ਨਹੀਂ? ਇਹਨੂੰ ਕਹਿੰਦੇ ਵਿਸ਼ਵਾਸ, ਇਹਨੂੰ ਕਹਿੰਦੇ ਯਕੀਨ। ਇਸ ਲਈ ਹੁਣ ਕਹਿ ਦਿਓ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਤਾਂ ਜਾਓ ਫਿਰ, ਹਮੇਸ਼ਾ ਹੀ ਮਾਲਿਕ ਨਾਲ ਹੈ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ